ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਮੈਂ ਔਰ ਡਾਕਟਰ ਵਿਕਰਮ ਚੌਹਾਨ ਅੱਜ ਇੱਕ ਵਾਰ ਫੇਰ ਇੱਕ ਨਵੀਂ ਵਿਚਾਰ ਚਰਚਾ ਦੇ ਨਾਲ ਇੱਕ ਨਵੇਂ ਆਈਡੀਆ ਦੇ ਨਾਲ ਤੁਹਾਡੇ ਰੂਬਰੂ ਹੋਏ ਹਾਂ। ਤੇ ਅੱਜ ਦਾ ਜਿਹੜਾ ਵਿਸ਼ਾ ਹੈਗਾ ਉਹ ਵਿਸ਼ਾ ਤੁਸੀਂ ਪਹਿਲਾਂ ਹੋਰ ਵੀ ਬਹੁਤ ਸਾਰੀਆਂ ਜਗ੍ਹਾ ਦੇ ਉੱਤੇ ਤੁਸੀਂ ਉਸ ਚਰਚਾ ਨੂੰ ਸੁਣਿਆ ਹੋਏਗਾ, ਉਹ ਦੇਖਿਆ ਵੀ ਹੋਏਗਾ। ਅਲਸਰੇਟਿਵ ਕੋਲਾਈਟਸ ਯਾਨੀ ਕਿ ਅੰਤੜੀਆਂ ਦੇ ਵਿੱਚ ਅਲਸਰ ਬਣ ਜਾਣਾ, ਜ਼ਖਮ ਹੋ ਜਾਣਾ। ਕਿਉਂ ਹੁੰਦਾ, ਕੀ ਕਾਰਨ ਹੁੰਦੇ ਨੇ ਇਹਦੇ ਪਿੱਛੇ ਦੇ? ਜਦੋਂ ਹੁੰਦਾ ਤਾਂ ਫਿਰ ਬੋਡੀ ਦੇ ਅੰਦਰ ਕੀ ਚੇਂਜ ਆਉਂਦੇ ਨੇ, ਕੀ ਹੁੰਦਾ ਬੋਡੀ ਨੂੰ, ਕਿੱਦਾਂ ਬੋਡੀ ਦੇ ਅੰਦਰ ਕੀ ਖਰਾਬੀ ਆਉਂਦੀ ਹੈ, ਕਿੱਦਾਂ ਉਹ ਤੰਗ ਕਰਦਾ ਹੈਗਾ, ਕੀ ਉਹ ਠੀਕ ਹੋ ਸਕਦਾ ਜਾਂ ਫਿਰ ਉਹਦਾ ਕੁਛ ਡਾਕਟਰ ਉਹਦੇ ਬਾਰੇ ਕੁਛ ਹੋਰ ਬੋਲਦੇ ਨੇ, ਕਿੰਨਾ ਕੁ ਲੰਮਾ ਸਮਾਂ ਇਹਦਾ ਇਲਾਜ ਕਰਵਾਉਣਾ ਪੈਂਦਾ, ਕਿੰਨਾ ਕੁ ਖਰਚਾ ਆ ਜਾਂਦਾ। ਅਤੇ ਇਸ ਸੰਬੰਧ ਵਿੱਚ ਮਾਡਰਨ ਮੈਡੀਸਨ ਕੀ ਕਹਿੰਦੀ ਹੈ, ਮਾਡਰਨ ਮੈਡੀਕਲ ਸਾਇੰਸ ਕੀ ਕਹਿੰਦੀ ਹੈ ਅਤੇ ਆਯੁਰਵੇਦਾ ਕੀ ਕਹਿੰਦਾ। ਕਿਉਂਕਿ ਮੇਰੇ ਨਾਲ ਜਿਹੜੇ ਡਾਕਟਰ ਵਿਕਰਮ ਚੌਹਾਨ ਬੈਠੇ ਨੇ, ਇਹ ਆਯੁਰਵੇਦਾ ਮਾਹਰ ਨੇ। ਇਹਨਾਂ ਨੇ ਆਯੁਰਵੇਦ ਦੇ ਵਿੱਚ MD ਕੀਤੀ ਹੋਈ ਹੈ, ਆਯੁਰਵੈਦਿਕ ਜੜੀ ਬੂਟੀਆਂ ਦੇ ਵਿੱਚ MD ਕੀਤੀ ਹੈ। ਯਾਨੀ ਕਿ ਆਯੁਰਵੇਦ ਦੀ MD ਅਤੇ ਜੜੀ ਬੂਟੀਆਂ ਦੀ MD ਵੱਡੀ ਗੱਲ ਹੁੰਦੀ ਹੈ। ਉਹਦੇ ਵਿੱਚ MD ਕੀਤੀ ਹੈ। ਕਿਹੜੀ ਬਿਮਾਰੀ ਦੇ ਵਿੱਚ ਕਿਹੜੀ ਜੜੀ ਬੂਟੀ ਤੁਹਾਡੇ ਅੰਦਰ ਜਾ ਕੇ ਕਿੱਦਾਂ ਕੰਮ ਕਰਕੇ ਕਿੱਦਾਂ ਠੀਕ ਕਰ ਦੇਗੀ, ਇਹ ਪੂਰੇ ਇਸ ਦੇ ਗਿਆਨੀ ਨੇ। ਆਪਾਂ ਇਹਨਾਂ ਨੂੰ ਪੂਰੀ ਜਾਣਕਾਰੀ ਹੈਗੀ। ਆਪਾਂ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਅਲਸਰੇਟਿਵ ਕੋਲਾਈਟਸ ਅੰਤੜੀਆਂ ਦੇ ਵਿੱਚ ਜਿਹੜਾ ਜ਼ਖਮ ਹੋ ਜਾਂਦਾ ਉਹ ਕਿਉਂ ਹੁੰਦਾ, ਅਤੇ ਅੱਗੇ ਚੱਲ ਕੇ ਆਪਾਂ ਇਹਦਾ ਇਲਾਜ ਬਾਰੇ ਜਾਣਕਾਰੀ ਦੇਵਾਂਗੇ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ 'ਤੇ ਬਹੁਤ ਬਹੁਤ ਸਵਾਗਤ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ। ਤੁਸੀਂ ਬੜਾ ਵਧੀਆ ਮੁੱਦਾ ਉਠਾਇਆ, ਅਲਸਰੇਟਿਵ ਕੋਲਾਈਟਸ। ਬੜੇ ਲੋਕੀ ਇਹ ਤੋਂ ਜੂਝ ਰਹੇ ਨੇ, ਬੜੇ ਮੁਸ਼ਕਿਲਾਂ ਨਾਲ ਇਹਨੂੰ ਝੇਲ ਰਹੇ ਨੇ। ਇਹ ਅਲਸਰੇਟਿਵ ਕੋਲਾਈਟਸ ਹੁੰਦਾ ਤਾਂ ਪੇਟ 'ਚ ਹੈ, ਪਰ ਇਹਦੇ ਨਾਲ ਮਨ ਬਹੁਤ ਅਪਸੈਟ ਹੁੰਦਾ ਜਿਹੜਾ ਮਰੀਜ਼ ਹੈ। ਕਿਉਂਕਿ ਜਦੋਂ ਉਹਨੂੰ ਸਿੰਪਟਮ ਆਉਂਦੇ ਨੇ ਪੇਟ 'ਚ, ਕੀ ਹੁੰਦਾ ਕਿ ਬੜੀ ਜਿਹੜੀ ਆਂਤ ਹੁੰਦੀ ਹੈ, ਬੜੀ ਅੰਤੜੀ ਹੁੰਦੀ ਹੈ, ਉਹਦੇ 'ਚ ਹੋ ਜਾਂਦੇ ਨੇ ਛਾਲੇ ਪੈ ਜਾਂਦੇ ਨੇ। ਰੈਕਟਮ ਵੀ ਕਹਿੰਦੇ, ਜਿਹਨੂੰ ਕੋਲਨ ਕਹਿੰਦੇ ਨੇ, ਔਰ ਰੈਕਟਮ ਵੀ ਕਹਿੰਦੇ ਨੇ। ਰੈਕਟਮ ਥੋੜ੍ਹੇ ਨਿਚਲੇ ਹਿੱਸੇ ਨੂੰ ਕਹਿੰਦੇ ਨੇ, ਕੋਲਨ ਥੋੜ੍ਹੇ ਉਤਲੇ ਹਿੱਸੇ। ਅਤੇ ਕੋਲਾਈਟਸ ਮਤਲਬ ਕੋਲਨ ਦੀ ਇਨਫਲਾਮੇਸ਼ਨ। ਆਈਟਸ ਜਿੱਥੇ ਲੱਗ ਗਿਆ ਨਾ, ਮਤਲਬ ਸੋਜਿਸ਼ ਹੋ ਗਈ, ਇਨਫਲਾਮੇਸ਼ਨ ਹੋ ਗਈ। ਜਿੱਦਾਂ ਆਰਥਰਾਈਟਸ ਮਤਲਬ ਜੋੜਾਂ ਦੀ ਦਰਦ ਹੈ ਨਾ, ਕੋਲਾਈਟਸ। ਅਤੇ ਕੋਲਾਈਟਸ 'ਚ ਕੀ ਹੁੰਦਾ ਹੈ ਕਿ ਵੱਡੀ ਆਂਤ ਜਿਹੜੀ ਆ ਉਹਦੇ ਛਾਲੇ ਪੈ ਜਾਂਦੇ ਨੇ। ਰੋਗੀ ਜਿਹੜਾ ਹੈਗਾ ਉਹਨੂੰ ਪਤਾ ਉਦੋਂ ਲੱਗਦਾ ਜਦੋਂ ਲੈਟਰਿਨ ਜਾਂਦਾ ਅਤੇ ਉਹਨੂੰ ਬਲੱਡ ਆਉਂਦਾ ਲੈਟਰਿਨ 'ਚ, ਟੁਪਕੇ ਗਿਰਦਾ ਖੁੱਲ੍ਹ ਕੇ। ਔਰ 5-6 ਵਾਰੀ, 10 ਵਾਰੀ, 12 ਵਾਰੀ, ਕਈ ਤਾਂ ਪੇਸ਼ੈਂਟ ਐਸੇ ਹੁੰਦੇ ਨੇ 25-25, 30-30 ਵਾਰੀ ਲੈਟਰਿਨ ਜਾਂਦੇ ਨੇ। ਇੰਨੀ ਵਾਰ? ਮਤਲਬ ਜਦ ਖਾਧਾ ਜਦ ਗਏ ਜਾਂ ਉਸ ਤੋਂ ਇਲਾਵਾ ਵੀ ਜਾਈਏ? ਇਲਾਵਾ ਵੀ 25-25, 30-30 ਵਾਰ ਟੋਇਲਟ ਜਾਣਾ ਪੈਂਦਾ ਹੈ। ਔਰ ਪੇਸ਼ੈਂਟ ਦੀ ਨਾ ਹੋ ਜਾਂਦੀ ਹੈ, ਥੱਕ ਜਾਂਦਾ ਹੈ, ਔਰ ਫਟਾਫਟ ਹੌਸਪੀਟਲ ਪਹੁੰਚਦਾ ਹੈ। ਜਾ ਕੇ ਹੌਸਪੀਟਲ ਡਾਕਟਰ ਜਿਹੜੇ ਨੇ ਉਹਦੀ ਅੰਦਰੋਂ ਕੋਲੋਨੋਸਕੋਪੀ ਕਰਦੇ ਨੇ। ਉਹ ਉਹਨੂੰ ਕਹਿੰਦੇ ਵੀ ਤੁਹਾਨੂੰ ਤਾਂ ਅਲਸਰੇਟਿਵ ਕੋਲਾਈਟਸ ਹੋ ਗਿਆ ਅਤੇ ਇਹ ਤਾਂ ਲਾਈਫ ਲੌਂਗ ਬਿਮਾਰੀ ਹੈ, ਇਹ ਤੁਹਾਡਾ ਛੁਟਕਾਰਾ ਨਹੀਂ ਹੋਣਾ ਇਸ ਤੋਂ, ਅਤੇ ਦਵਾਈਆਂ ਤੁਹਾਨੂੰ ਲਾਈਫ ਲੌਂਗ ਖਾਣੀਆਂ ਪੈਣੀਆਂ। ਚੰਗਾ ਭਲਾ ਪੇਸ਼ੈਂਟ ਮੰਨ ਲਓ ਉਹਨੂੰ ਬਲੱਡ ਆ ਗਿਆ ਔਰ ਉਹਨੂੰ ਜਾ ਕੇ ਕੋਲਾਈਟਸ ਡਾਇਗਨੋਸ ਹੋ ਗਿਆ, ਤਾਂ ਉਹਦਾ ਮਨ ਬਹੁਤ ਜ਼ਿਆਦਾ ਢਹਿ ਜਾਂਦਾ ਔਰ ਦਿਮਾਗ ਉਹਦਾ ਅਪਸੈਟ ਹੋ ਜਾਂਦਾ ਇਹ ਸੁਣ ਕੇ। ਫਿਰ ਉਹ ਨੈੱਟ 'ਤੇ ਪੜ੍ਹਦਾ, ਉੱਥੇ ਉਹਨੂੰ ਮਿਲਦਾ ਕਿ ਤੁਹਾਡੇ ਤਾਂ ਸਾਰੀ ਉਮਰ ਦਵਾਈਆਂ ਚੱਲਣਗੀਆਂ, ਤਾਂ ਦਵਾਈਆਂ 'ਚ ਕੋਈ ਇਲਾਜ ਹੈ ਨਹੀਂ, ਹੈ ਨਾ। ਔਰ ਇਹਦੇ ਨਾਲ ਤਾਂ ਤੁਹਾਡਾ ਬਾਅਦ 'ਚੋਂ ਕੈਂਸਰ ਵੀ ਹੋ ਸਕਦਾ ਹੈ। ਔਰ ਕੈਂਸਰ ਦਾ ਨਾਂ ਸੁਣ ਕੇ ਪੇਸ਼ੈਂਟ ਹੋਰ ਡਰ ਜਾਂਦਾ ਅਤੇ ਉਹਦਾ ਕੈਰੀਅਰ ਖਰਾਬ ਹੋਣ ਲੱਗ ਪੈਂਦਾ, ਉਹਦਾ ਲਾਈਫ ਸਟਾਈਲ ਸਾਰਾ ਅਪਸੈਟ ਹੋ ਜਾਂਦਾ, ਉਹਦੀ ਲਾਈਫ ਹੀ ਉਥਲ ਪੁਥਲ ਹੋ ਜਾਂਦੀ ਹੈ। ਅਤੇ ਇੰਨੀ ਇਹ ਬਿਮਾਰੀ ਜਿਹੜੀ ਹੈ ਮਾਡਰਨ ਮੈਡੀਕਲ ਸਿਸਟਮ ਦੇ ਹਿਸਾਬ ਨਾਲ ਇੰਨੀ ਖਤਰਨਾਕ ਹੈ। ਆਉਂਦੇ ਅੱਗੇ ਆਉਂਦੇ ਹਾਂ। ਹੁਣ ਮੈਨੂੰ ਦੱਸੋ ਵੀ ਅਲਸਰੇਟਿਵ ਕੋਲਾਈਟਸ ਜਿਹੜਾ ਹੁੰਦਾ ਇਹ ਹੁੰਦਾ ਕਿਵੇਂ, ਕਿਉਂ ਹੁੰਦਾ, ਕਿਵੇਂ ਹੁੰਦਾ, ਅਤੇ ਇਹਦੀ ਕਿਹੜੀ ਸਟੇਜ ਦੇ ਵਿੱਚ ਅੱਗੇ ਵੱਧਦਾ ਹੈ? ਦੇਖੋ ਜੀ, ਇਹ ਮਾਡਰਨ ਮੈਡੀਸਿਨ ਦੇ ਹਿਸਾਬ ਨਾਲ ਤਾਂ ਇਹਦਾ ਕੋਈ ਕਾਰਨ ਨਹੀਂ ਪਤਾ ਵੀ ਇਹ ਕਿਉਂ ਹੁੰਦਾ ਹੈ। ਕਈ ਡਾਕਟਰ ਇਹਨੂੰ ਕਹਿੰਦੇ ਨੇ ਆਟੋ ਇਮਿਊਨ ਡਿਸਆਰਡਰ ਹੈ। ਆਟੋ ਇਮਿਊਨ ਦਾ ਤਾਂ ਵੈਸੇ ਹੀ ਨਹੀਂ ਪਤਾ ਵੀ ਆਪਣੀ ਇਮਿਊਨਿਟੀ ਸਾਡੇ ਹੀ ਖਿਲਾਫ ਹੋ ਗਈ ਅਤੇ ਕੋਲਨ ਨੂੰ ਡੈਮੇਜ ਕਰਨ ਲੱਗ ਗਈ। ਹੁਣ ਆਯੁਰਵੇਦ ਦੇ ਹਿਸਾਬ ਨਾਲ ਵਿਰੁੱਧ ਆਹਾਰ ਜਿਹੜਾ ਹੈਗਾ, ਪੁੱਠਾ ਸਿੱਧਾ ਖਾਣਾ ਜਿਹੜਾ ਵਿਰੁੱਧ ਆਹਾਰ, ਬੇਟਾਈਮਾ ਖਾ ਲਿਆ, ਔਰ ਜਿੱਦਾਂ ਨੌਨ ਵੈਜ ਜ਼ਿਆਦਾ ਖਾ ਲਿਆ, ਫਿਰ ਦੁੱਧ ਵੀ ਪੀ ਲਿਆ, ਮਿਲਕ ਪ੍ਰੋਡਕਟਸ ਖਾ ਲਏ ਜ਼ਿਆਦਾ, ਨੌਨ ਵੈਜ ਜ਼ਿਆਦਾ ਖਾ ਲਿਆ। ਖਾਸ ਕਰਕੇ ਨੌਨ ਵੈਜ ਖਾਣ ਵਾਲਿਆਂ ਨੂੰ ਜ਼ਿਆਦਾ ਹੁੰਦਾ ਹੈ। ਮਿਲਕ ਪ੍ਰੋਡਕਟਸ ਜ਼ਿਆਦਾ ਜਿਹੜੇ ਲੈਂਦੇ ਨੇ ਉਹਨਾਂ ਨੂੰ ਜ਼ਿਆਦਾ ਹੁੰਦਾ ਹੈ, ਖਾਸ ਕਰਕੇ ਦੁੱਧ, ਪਨੀਰ ਅਤੇ ਲੱਸੀ
ਜ਼ਿਆਦਾ ਜਿਹੜੇ ਪੀਂਦੇ ਨੇ, ਤੇ ਉਹਨਾਂ ਕਰਕੇ ਇਹ ਵਿਰੁੱਧ ਆਹਾਰ ਨਾਲ ਉੱਤੋਂ ਖੱਟੀਆਂ ਚੀਜ਼ਾਂ ਜਿਹੜੀਆਂ ਜ਼ਿਆਦਾ ਖਾਂਦੇ ਨੇ, ਖੱਟ ਮਿੱਠੀਆਂ ਚੀਜ਼ਾਂ ਜਿਹੜੇ ਜ਼ਿਆਦਾ ਹੀ, ਜਿਹੜਾ ਸਿਰਕਾ ਸੁਰਕਾ ਔਰ ਹੋਰ ਸੌਸ ਔਰ ਮਿਓਨੀਜ਼ ਔਰ 버ਗਰ ਚੀਜ਼ ਖਾਂਦੇ ਨੇ ਨਾ, ਜਿਹੜੇ ਪੀਜ਼ਾ, ਉਹ ਔਰ ਉੱਪਰੋਂ ਦੀ ਕੋਈ ਇਹੋ ਜਿਹੇ ਖੱਟਾ ਚੀਜ਼ ਖਾ ਲਿਆ, ਨਿੰਬੂ ਪਾਣੀ ਪੀ ਲਿਆ, ਜਾਂ ਕੀ ਕਹਿੰਦੇ ਨੇ ਉਹਨੂੰ, ਸੋਡਾ ਪਾ ਕੇ, ਲਾਈਮ ਪਾ ਕੇ ਪੀਂਦੇ ਨੇ, ਉਹਦੇ ਕਰਕੇ ਇਹੋ ਜਿਹੀਆਂ ਬਿਮਾਰੀਆਂ ਲੱਗਦੀਆਂ ਨੇ, ਜਾਂ ਐਲਕੋਹਲ ਦਾ ਜ਼ਿਆਦਾ ਯੂਜ਼ ਕਰ ਲਿਆ ਇਹਨਾਂ ਚੀਜ਼ਾਂ ਦੇ ਨਾਲ। ਤੇ ਆਪਣੇ ਖਾਣ ਪਾਣ ਕਰਕੇ ਕੋਲਨ ਦੇ ਵਿੱਚ ਫਰਮੈਂਟੇਸ਼ਨ ਹੋ ਜਾਂਦੀ ਹੈ, ਜਿਹੜੀ ਸਾਡੀ ਬੜੀ ਆਂਤ ਹੁੰਦੀ ਹੈ ਨਾ, ਉਹਦੇ 'ਚ ਜਿੱਦਾਂ ਕੋਈ ਢੋਲ ਹੋਏ, ਉਹਦੇ ਤੁਸੀਂ ਗੁੜ ਪਾ ਦਿਓ ਔਰ ਕਾਂਜੀ ਪਾ ਦਿਓ ਅਤੇ ਹੋਰ ਖੱਟੀਆਂ ਚੀਜ਼ਾਂ ਪਾ ਦਿਓ, ਮਿੱਠਾ, ਜਿੱਦਾਂ ਗੁੜ ਹੋ ਗਿਆ ਮਿੱਠਾ ਔਰ ਕਾਂਜੀ ਹੋ ਗਈ ਖੱਟੀ, ਅਤੇ ਉਹਦੇ 'ਚੋਂ ਫਰਮੈਂਟੇਸ਼ਨ ਹੁੰਦੀ ਹੈ, ਸ਼ਰਾਬ ਬਣਨ ਲੱਗ ਪੈਂਦੀ ਹੈ, ਹੈ ਨਾ, ਆਸਵ ਬਣਨ ਲੱਗ ਪੈਂਦੇ ਨੇ। ਇੱਦਾਂ ਹੀ ਪੇਟ 'ਚ ਗੁੜ ਹੁੰਦੀ ਆ, ਅਤੇ ਉਹ ਜਿਹੜੇ ਛਾਲੇ ਬਣਨ ਲੱਗ ਪੈਂਦੇ ਨੇ। ਉਹ ਫਰਮੈਂਟੇਸ਼ਨ ਕਰਕੇ ਕੋਲਾਈਟਸ ਹੋ ਜਾਂਦਾ ਹੈ, ਫਿਰ ਪੇਸ਼ੈਂਟ ਦੇ ਬਲੱਡ ਆਉਂਦਾ ਹੈ, ਫਿਰ ਪੇਸ਼ੈਂਟ ਦਾ ਡਾਇਗਨੋਸ ਹੁੰਦਾ ਇਸ ਤਰੀਕੇ ਨਾਲ। ਅੱਛਾ, ਇਹ ਕਿਵੇਂ, ਕਿਹੜੀ ਸਟੇਜ ਤੋਂ, ਮਤਲਬ ਬੋਡੀ ਦੇ ਬਾਰੇ ਇੱਕ ਗੱਲ ਮਸ਼ਹੂਰ ਹੈਗੀ ਆ, ਬੋਡੀ ਤੋਂ ਉੱਪਰਲੀ ਮਸ਼ੀਨ ਕੋਈ ਨਹੀਂ ਹੈਗੀ ਧਰਤੀ ਦੇ ਉੱਤੇ। ਬੋਡੀ ਦੇ ਅੰਦਰ ਜਦੋਂ ਖਰਾਬੀ ਆਉਣ ਲੱਗਦੀ ਹੈ, ਕੋਈ ਵੀ ਮਸ਼ੀਨ ਦੇ ਅੰਦਰ ਅਗਰ ਕੋਈ ਖਰਾਬੀ ਆਉਂਦੀ ਤਾਂ ਪਹਿਲਾਂ ਉਹ ਇੰਡੀਕੇਸ਼ਨ ਦਿੰਦੀ ਹੈ ਵੀ ਬਚੋ, ਗੜਬੜ ਹੋਣ ਲੱਗੀ ਹੈ। ਕਿੱਦਾਂ ਇੰਡੀਕੇਸ਼ਨਸ ਬੋਡੀ ਦਿੰਦੀ ਹੈ, ਕਿੱਦਾਂ ਮਤਲਬ ਪਹਿਲਾਂ ਕੀ ਹੁੰਦਾ, ਫਿਰ ਕੀ ਹੁੰਦਾ, ਫਿਰ ਕੀ ਹੁੰਦਾ? ਕੋਲਾਈਟਸ ਦੇ ਵਿੱਚ ਜ਼ਿਆਦਾਤਰ ਪੇਸ਼ੈਂਟ ਨੂੰ ਤਾਂ ਸਿੱਧਾ ਹੀ ਪਤਾ ਲੱਗਦਾ ਕਿ ਵੀ ਬਲੱਡ ਆਉਣਾ ਸ਼ੁਰੂ ਹੋ ਗਿਆ, ਪਰ ਮੋਸਟਲੀ ਪੇਸ਼ੈਂਟ ਕੁਛ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਹਲਕੀ ਫੁਲਕੀ ਇੰਡੀਕੇਸ਼ਨ ਆਉਣ ਲੱਗ ਪੈਂਦੀ ਹੈ। ਉਹਨਾਂ ਦੇ ਪੇਟ 'ਚ ਗੁੜ ਦੀ ਆਵਾਜ਼ ਹੋਣੀ, ਅਪਚਨ ਹੋਣੀ, ਹੈ ਨਾ, ਭੁੱਖ ਨਾ ਲੱਗਣੀ, ਬੇਟਾਈਮੇ ਭੁੱਖ ਲੱਗਣੀ, ਔਰ ਐਸਿਡਿਟੀ ਬਣਨੀ, ਗੈਸ ਬਣਨੀ, ਇਹ ਸਾਰੀਆਂ ਚੀਜ਼ਾਂ ਹੌਲੀ ਹੌਲੀ ਕੇ ਸਿੰਪਟਮਸ ਦਿੰਦੀਆਂ ਨੇ। ਅਤੇ ਜਦੋਂ ਵੀ ਇਹੋ ਜਿਹੇ ਸਿੰਪਟਮਸ ਆਉਣ, ਜਿੱਦਾਂ ਪਹਿਲਾਂ ਵੀ ਵੀਡੀਓ ਦੱਸਿਆ ਵੀ ਆਪਣਾ ਐਸਿਡਿਟੀ ਵਾਲਾ ਮੀਡੀਆ ਜਿਹੜਾ ਉਹਨੂੰ ਕੰਟਰੋਲ ਕਰੋ, ਉਹਨੂੰ ਠੀਕ ਕਰੋ, ਬੈਲੈਂਸ ਕਰੋ, ਅਤੇ ਤਾਂ ਤੁਹਾਨੂੰ ਇਨਫਲਾਮੇਟਰੀ ਕੰਡੀਸ਼ਨ ਹੋਣਗੀਆਂ ਨਹੀਂ। ਸੋ ਇਹ ਕਾਰਨ ਹੈਗੇ ਨੇ, ਔਰ ਇਸ ਤਰੀਕੇ ਨਾਲ ਇਹ ਬਿਮਾਰੀ ਅੱਗੇ ਵੱਧਦੀ ਹੈ। ਜਦੋਂ ਇਹ ਬਿਮਾਰੀ ਹੁੰਦੀ ਹੈ ਬੰਦੇ ਨੂੰ, ਤਾਂ ਮਾਡਰਨ ਮੈਡੀਕਲ ਸਿਸਟਮ ਜਿਹੜਾ ਉਹ ਇਸ ਨੂੰ ਕਿਸ ਤਰ੍ਹਾਂ ਟਰੀਟ ਕਰਦਾ? ਕੁਛ ਤੁਹਾਡੇ ਕੋਲ ਐਕਸਪੀਰੀਅੰਸ ਤਾਂ ਹੁੰਦਾ, ਕਿਉਂਕਿ ਆ ਕੇ ਪੇਸ਼ੈਂਟ ਤੁਹਾਨੂੰ ਦੱਸਦੇ ਹੀ ਹੋਣੇ। ਹਾਂਜੀ, ਮੇਰੇ ਕੋਲ ਪੂਰੇ ਵਰਲਡ ਤੋਂ ਪੇਸ਼ੈਂਟ ਨੇ ਇਸ ਬਿਮਾਰੀ ਦੇ, ਔਰ ਕਾਫੀ ਸਾਲਾਂ ਤੋਂ ਮੈਂ ਇਹਦਾ ਇਲਾਜ ਕਰ ਰਿਹਾ, ਔਰ ਹਰ ਵਰਲਡ ਦੇ ਹਰ ਟੌਪ ਮੋਸਟ ਗੈਸਟਰੋਐਂਟਰੋਲੋਜਿਸਟ ਦਾ ਜਿਹੜਾ ਪੇਸ਼ੈਂਟ ਹੈ, ਉਹਨਾਂ ਦੀ ਪ੍ਰਿਸਕ੍ਰਿਪਸ਼ਨ ਲੈ ਕੇ ਮੇਰੇ ਕੋਲ ਆਉਂਦਾ, ਉਹਨਾਂ ਦੀ ਲੈਬ ਰਿਪੋਰਟ ਔਰ ਕੋਲੋਨੋਸਕੋਪੀ ਰਿਪੋਰਟ ਔਰ ਉਹਨਾਂ ਦੀ ਪ੍ਰਿਸਕ੍ਰਿਪਸ਼ਨਸ, ਸਾਰਿਆਂ ਦੀ ਪ੍ਰਿਸਕ੍ਰਿਪਸ਼ਨ 'ਚ ਮੈਸਾਲਾਜ਼ੀਨ, ਸਲਫਾਸਾਲਾਜ਼ੀਨ, ਸੈਲੋਫਾਲਕਨੀਮਾ, ਐਸਾਕੋਲ, ਮੈਸਾਕੋਲ, ਵਿਗਾਜ਼ ਓਡੀ, ਸਟੀਰਾਇਡਸ ਹੀ ਦਿੰਦੇ ਨੇ ਸਾਰੇ ਗੈਸਟਰੋਐਂਟਰੋਲੋਜਿਸਟ, ਓਮਨਾਕੋਰਟਿਲ, ਵਾਈਸੋਲੋਨ, ਹੈ ਨਾ, ਪੈਂਟਾਸਾ, ਵਾਸਾ, ਇਹ ਸਾਰੀਆਂ ਚੀਜ਼ਾਂ ਦਵਾਈਆਂ ਦਿੱਤੀਆਂ ਹੁੰਦੀਆਂ ਨੇ, ਔਰ ਉਹ ਦਵਾਈਆਂ ਦੇ ਨਾਲ ਉਹਨਾਂ ਨੂੰ ਕਿਹਾ ਹੁੰਦਾ ਵੀ ਤੁਹਾਨੂੰ ਸਾਰੀ ਉਮਰ ਖਾਣੀਆਂ ਪੈਣੀਆਂ। ਅਤੇ ਉਹ ਉਸ ਤੋਂ ਇਲਾਵਾ ਫਿਰ ਉਹਨਾਂ ਜਦੋਂ ਇਹ ਵੀ ਅਸਰ ਨਹੀਂ ਕਰਦੀਆਂ ਕੁਝ ਸਾਲਾਂ ਬਾਅਦ, ਫਿਰ ਉਹਨਾਂ ਨੂੰ ਕਹਿੰਦੇ ਨੇ ਤੁਹਾਨੂੰ ਨਾ ਬਾਇਓਲੋਜੀਕਲ ਦੇ ਟੀਕੇ ਲਾਣੇ ਪੈਣੇ ਨੇ। ਉਹ ਫਿਰ ਟੀਕੇ ਲਾਉਂਦੇ ਨੇ, ਉਹ ਬਾਇਓਲੋਜੀਕਲ ਦੇ ਟੀਕੇ ਵੀ ਫੇਲ ਹੋ ਜਾਂਦੇ ਨੇ। ਉਹ ਟੀਕੇ ਜਿਹੜੇ ਨੇ, ਇੱਕ ਤਾਂ ਵੈਸੇ ਹੀ ਬੜੇ ਐਕਸਪੈਂਸਿਵ ਨੇ, ਬੜੇ ਕੋਸਟਲੀ ਨੇ, ਔਰ ਉਹ ਟੀਕੇ ਜਿਹੜੇ ਨੇ ਉਹ ਫਿਰ ਕੁਝ ਸਮੇਂ ਬਾਅਦ ਉਹ ਵੀ ਜਿਹੜੇ ਹਿਊਮੇਰਾ ਇੰਜੈਕਸ਼ਨ ਹੈ, ਰਿਟੁਕਸੀਮੈਬ ਹੈ, ਔਰ ਇਹੋ ਜਿਹੇ ਇੰਜੈਕਸ਼ਨ, ਐਂਟੀਵੀਓ ਕਰਕੇ ਇੰਜੈਕਸ਼ਨ, ਉਹ ਤੁਸੀਂ ਇਮੈਜਿਨ ਕਰੋ 50-50 ਹਜ਼ਾਰ ਦਾ ਟੀਕਾ। ਇੱਕ ਟੀਕਾ 50 ਹਜ਼ਾਰ ਦਾ, ਕੋਈ ਇਹੋ ਜਿਹੇ ਟੀਕੇ ਨੇ, ਉਹ ਬੜੇ ਮਹਿੰਗੇ ਟੀਕੇ ਨੇ, ਅਤੇ ਉਹ ਪੇਸ਼ੈਂਟ ਵਿਚਾਰੇ ਲਵਾਈ ਫਿਰਦੇ ਨੇ। ਫਿਰ ਉਹਨਾਂ ਦਾ ਵੀ ਜੇ ਨਹੀਂ ਅਸਰ ਹੁੰਦਾ, ਫਿਰ ਡਾਕਟਰ ਕਹਿੰਦੇ ਨੇ ਤੁਹਾਡੀ ਸਰਜਰੀ ਕਰਨੀ ਪੈਣੀ ਹੈ, ਤੁਹਾਡੀ ਅੰਤੜੀ ਕੱਟਣੀ ਪੈਣੀ ਹੈ। ਫਿਰ ਉਹ ਪਹਿਲਾਂ ਥੋੜ੍ਹੀ ਕੱਟਦੇ ਨੇ, ਫਿਰ ਉਹ ਵੀ ਜਦੋਂ ਨਹੀਂ ਸੂਟ ਬੈਠਦਾ ਫਿਰ ਥੋੜ੍ਹੀ ਹੋਰ ਕੱਟ ਦਿੰਦੇ ਨੇ, ਫਿਰ 3-4 ਵਾਰੀ ਆਪਰੇਸ਼ਨ ਕਰਕੇ ਫਿਰ ਉਹਨਾਂ ਨੂੰ ਕਹਿੰਦੇ ਤੁਹਾਨੂੰ ਨਹੀਂ ਤਾਂ ਕੈਂਸਰ ਹੋ ਜਾਏਗਾ ਤੁਹਾਨੂੰ। ਉਹ ਪੇਸ਼ੈਂਟ ਵਿਚਾਰਾ ਸਾਰੀ ਉਮਰ ਇਸੇ ਚੱਕਰ 'ਚ ਫਸਿਆ ਰਹਿੰਦਾ ਔਰ ਦੁਖੀ ਰਹਿੰਦਾ ਹੈਗਾ। ਇਹ ਪੈਸਾ ਬੜਾ ਲੱਗ ਜਾਂਦਾ ਹੋਣਾ, ਜਦੋਂ ਕਿ ਤੁਸੀਂ 50-50 ਹਜ਼ਾਰ ਦਾ ਇੱਕ ਟੀਕਾ ਕਹਿ ਰਹੇ ਹੋ, ਆਪਰੇਸ਼ਨ ਕਰ ਰਹੇ ਹੋ, ਬੜਾ ਪੈਸਾ ਲੱਗਦਾ ਹੋਣਾ। ਹਾਂਜੀ, ਇੰਡੀਆ 'ਚ ਤਾਂ ਵਿਚਾਰੇ ਪੇਸ਼ੈਂਟ ਜਿਹੜੇ ਨੇ ਕਾਫੀ ਪੂਅਰ ਪੇਸ਼ੈਂਟ ਨੇ, ਅਤੇ ਇੰਡੀਆ ਦੇ ਪੇਸ਼ੈਂਟ ਤਾਂ ਉਹ ਅਫੋਰਡ ਨਹੀਂ ਕਰਦੇ, ਅਤੇ ਇਸ ਲਈ ਉਹ ਇਲਾਜ ਨਹੀਂ, ਟੀਕੇ ਨਹੀਂ ਲਵਾ ਪਾਉਂਦੇ। ਅਤੇ ਜਿਹੜੇ ਲਵਾ ਵੀ ਪਾਉਂਦੇ ਨੇ, ਜਿਹੜੇ ਫੋਰਨ ਦੇ ਪੇਸ਼ੈਂਟ ਨੇ, ਉਹਨਾਂ ਦੀ ਇੰਸ਼ੋਰੈਂਸ ਹੁੰਦੀ ਹੈ ਕੈਨੇਡਾ, ਅਮਰੀਕਾ ਦੀ, ਪਰ ਉਹ ਵੀ ਜਿਹੜੇ ਨੇ ਉਹਨਾਂ ਨੂੰ ਕੁਝ ਸਾਲਾਂ ਬਾਅਦ ਟੀਕੇ ਅਸਰ ਕਰਨਾ ਬੰਦ ਕਰ ਦਿੰਦੇ ਨੇ। ਸਟੀਰਾਇਡ ਤੋਂ ਇਲਾਵਾ ਵੀ ਉਹ ਇਮਿਊਨੋ ਸਪਰੈਸੈਂਟ ਹੁੰਦੇ ਨੇ, ਐਜ਼ਾਥਿਓਪ੍ਰਿਨ ਵਗੈਰਾ ਦੀਆਂ ਗੋਲੀਆਂ ਵੀ ਦਿੰਦੇ ਨੇ, ਪਰ ਉਹ ਕੰਮ ਨਹੀਂ ਕਰਦੀਆਂ ਅਲਟੀਮੇਟਲੀ ਉਹ ਥੋੜ੍ਹੇ ਸਾਲ 6 ਮਹੀਨੇ ਕੰਮ ਕਰਨਗੀਆਂ, 3 ਮਹੀਨੇ ਕੰਮ ਕਰਨਗੀਆਂ, ਫਿਰ ਦੁਬਾਰਾ ਸ਼ੁਰੂ ਹੋ ਜਾਏਗੀ ਬਿਮਾਰੀ, ਫਿਰ ਹੋਰ ਅਗਲੀਆਂ ਸਟੇਜਿਸ 'ਤੇ ਫਿਰ ਆਈ ਜਾਏਗੀ,
ਫਿਰ ਅਗਲੀ ਸਟੇਜ ਤੇ ਅਲਟੀਮੇਟਲੀ ਉਹਨੂੰ ਪਹਿਲਾਂ ਹੀ ਕਿਹਾ ਹੁੰਦਾ, ਉਹਦਾ ਮਾਈਂਡ ਮੇਕਅਪ ਤਾਂ ਪਹਿਲਾਂ ਹੀ ਕਰ ਦਿੰਦੇ ਵੀ ਤੇਰੇ ਨੂੰ ਕੈਂਸਰ ਹੋ ਜਾਣਾ, ਨਹੀਂ ਤਾਂ ਤੇਰੀ ਸਰਜਰੀ ਕਰਾ ਲੈ। ਤੇ ਉਹ ਫਿਰ ਮੈਂ ਰეკਮੈਂਡ ਨਹੀਂ ਕਰਦਾ। ਸਾਡੇ ਕੁਦਰਤ 'ਚ ਬਹੁਤ ਕੁਝ ਐਸਾ ਦਿੱਤਾ ਗਿਆ ਜਿਹੜਾ ਇਸ ਬਿਮਾਰੀ ਨੂੰ ਰਿਵਰਸ। ਦੇਖੋ ਆਯੁਰਵੇਦ 'ਚ ਇਹ ਨਹੀਂ ਸੀ ਲਿਖਿਆ ਗਿਆ ਕਿ ਅਲਸਰੇਟਿਵ ਕੋਲਾਈਟਸ ਹੋ ਗਿਆ। ਹੁਣ ਆਯੁਰਵੇਦ ਦੀ ਗੱਲ ਕਰੀਏ, ਉੱਥੇ ਸੰਸਕ੍ਰਿਤ 'ਚ ਲਿਖਿਆ ਸੀਗਾ ਵੀ तुम्हारे को पित्त बढ़ गया, तुम्हारा रक्त अतिसार हो गया। अतिसार मतलब डायरिया, लूज मोशन लग गए। हाँ, रक्त मतलब उसमें रक्त आना शुरू हो गया। अतिसार में डायरिया में ब्लड भी आ गया, रक्त अतिसार हो गया। फिर पित्त करके हुआ तो पित्त अतिसार हो गया। तो वो एक संग्रहणी होती है जिसमें कि वो IBS टाइप, वो IBS का बिगड़िया होया ही रूप है ना। तो संग्रहणी जिहड़ी है ਉਹਨੂੰ ਐਗਰਾਵੇਟ ਜਿਹੜੀ ਹੈ ਐਗਰਾਵੇਟਿਡ ਕੰਡੀਸ਼ਨ ਆਫ ਸੰਗ੍ਰਹਿਣੀ ਸਮਝ ਲਓ ਇਹਨੂੰ ਵੀ ਉਹਦੇ 'ਚ ਰਕਤ ਪਿੱਤ ਅਤਿਸਾਰ ਔਰ ਉੱਪਰੋਂ ਆਮ ਜੰਨੇ ਮਤਲਬ ਕਿ ਜਿਹੜਾ ਆਮ ਰਸ ਬਣਦਾ, ਕੱਚਾ ਰਸ ਖਾਧਾ ਪੀਤਾ ਹਜਮ ਨਹੀਂ ਹੋਇਆ, ਉਹਦਾ ਕੱਚਾ ਰਸ ਬਣ ਗਿਆ, ਉਹ ਫਰਮੈਂਟੇਸ਼ਨ ਹੋ ਗਈ, ਉੱਥੇ ਉਹ ਫਿਰ ਅਲਸਰ ਬਣ ਗਏ ਤੇ ਉਹਨੂੰ ਕਹਿੰਦੇ ਨੇ ਆਟੋਮਿਊਨ ਬਣ ਗਿਆ। ਤੇ ਉਹ ਹੈ ਤਾਂ ਆਮ ਜੰਨੇ ਰਕਤ ਪਿੱਤ ਅਤਿਸਾਰ। ਤੋ ਇਹ ਬਿਮਾਰੀ ਦਾ ਨਾਮ ਆਯੁਰਵੇਦ ਦੇ ਹਿਸਾਬ ਨਾਲ ਅਸੀਂ ਇਸ ਬਿਮਾਰੀ ਦਾ ਇਲਾਜ ਕਰ ਦਿੰਦੇ ਹਾਂ। ਇਸ ਆਮ ਜੰਨੇ ਰਕਤ ਪਿੱਤ ਅਤਿਸਾਰ ਨੂੰ ਅਸੀਂ ਕਿਉਰ ਕਰ ਦਿੰਦੇ ਹਾਂ। ਤੁਹਾਡੇ ਕੋਲ ਜਦੋਂ ਆਉਂਦਾ ਪੇਸ਼ੈਂਟ ਤਾਂ ਉਦੋਂ ਤਾਂ ਤੁਸੀਂ ਚਲੋ ਆਪਣੇ ਹਿਸਾਬ ਨਾਲ ਕਰਦੇ ਹੁਣ ਤੁਹਾਨੂੰ ਦੇਖ ਰਹੇ ਨੇ, ਬਹੁਤ ਸਾਰੀ ਦੁਨੀਆ ਦੇਖ ਰਹੀ ਹੈਗੀ। ਤੁਸੀਂ ਆਯੁਰਵੇਦ ਦੇ ਮਾਹਰ ਹੋ, ਜੜੀਆਂ ਬੂਟੀਆਂ ਦੇ ਵੀ ਮਾਹਰ ਹੋ, ਤੇ ਉਮੀਦ ਤੁਹਾਡੇ ਕੋਲ ਹਰੇਕ ਬੰਦਾ ਕਰੇਗਾ ਕਿ ਕੋਈ ਨਾ ਕੋਈ ਤੁਸੀਂ ਐਸਾ ਨੁਸਖਾ ਦੱਸੋਗੇ ਜਿਹੜਾ ਕਿ ਉਹਨਾਂ ਨੂੰ ਘਰ ਬੈਠੇ ਹੀ ਇਸ ਚੀਜ਼ ਤੋਂ ਜਿਹੜਾ ਛੁਟਕਾਰਾ ਮਿਲ ਸਕੇ। ਕੁਛ ਹੈ? ਹਾਂਜੀ, ਬਹੁਤ ਕੁਛ ਹੈ ਜੀ, ਬਹੁਤ ਕੁਛ ਹੈਗਾ। ਆਮ ਤੌਰ ਤੇ ਪੇਸ਼ੈਂਟ ਨੂੰ ਕੰਪਲੇਨ ਕਰਦਾ ਜੀ ਮੈਨੂੰ ਜੀ ਲੂਜ਼ ਮੋਸ਼ਨ ਲੱਗੇ ਹੋਏ ਨੇ ਔਰ ਮੈਨੂੰ ਬਲੱਡ ਆ ਰਿਹਾ। ਬਲੱਡ ਨੂੰ ਰੋਕਣ ਵਾਸਤੇ ਇੱਕ ਤਾਂ ਟੱਚ ਮੀ ਨੋਟ ਪਲਾਂਟ ਹੁੰਦਾ ਜਿਹਨੂੰ ਛੂਈ ਮੂਈ ਕਹਿੰਦੇ ਨੇ, ਹੈ ਨਾ। ਉਹ ਛੂਈ ਮੂਈ ਦਾ ਰਸ ਕੱਢ ਕੇ ਪੀਓ। ਛੂਈ ਮੂਈ ਦਾ ਪੌਦਾ ਆਪਣੇ ਘਰ ਹੀ ਲਾ ਲਓ, ਉਹਦਾ ਰਸ ਕੱਢ ਕੇ 2-3 ਚਮਚੇ ਪੀ ਲਿਆ ਕਰੋ, ਉਹਦੇ ਨਾਲ ਬਲੱਡ ਆਣਾ ਰੁਕ ਜਾਏਗਾ। ਉਹਦੇ ਨਾਲ ਨਹੀਂ ਰੁਕਦਾ, ਗੇਂਦੇ ਦਾ ਫੁੱਲ ਹੁੰਦਾ, ਗੇਂਦੇ ਦਾ ਫੁੱਲ ਜਿਹੜਾ ਉਹ ਤੋੜ ਕੇ ਉਹਦਾ ਰਸ ਕੱਢ ਕੇ ਪੀ ਲਓ, ਉਹਦੇ ਨਾਲ ਬਲੱਡ ਰੁਕ ਜਾਏਗਾ। ਉਹਦੇ ਨਾਲ ਨਹੀਂ ਰੁਕਦਾ, ਉਹ ਸ਼ੀਸ਼ਮ ਦੇ ਪੱਤੇ ਦਾ ਰਸ ਕੱਢ ਲਓ, ਉਹਦੇ ਨਾਲ ਤਾਂ ਰੁਕ ਹੀ ਜਾਏਗਾ। ਠੀਕ ਹੈ ਨਾ। ਹੋਰ ਕੀ ਹੈ, ਅਨਾਰ ਦਾ ਛਿਲਕਾ ਲੈ ਲਓ, ਉਹਦਾ ਕਾੜਾ ਬਣਾ ਲਓ, ਉਹਦੇ ਨਾਲ ਤੁਹਾਡਾ ਅਲਸਰ ਵੀ ਠੀਕ ਹੋਣੇ ਸ਼ੁਰੂ ਹੋ ਜਾਣਗੇ ਔਰ ਰਸ ਵੀ ਉਹਦਾ ਜਿਹੜਾ ਅਨਾਰ ਦਾ ਰਸ ਵੀ ਮੈਂ ਕਹਿੰਦਾ 50 ml 100 ml ਰਸ ਜਿਹੜਾ ਉਹਦੇ ਨਾਲ ਵੀ ਬਲੱਡ ਬਣੇਗਾ ਵੀ ਔਰ ਰੁਕੇਗਾ ਵੀ। ਦੂਰਵਾ ਘਾਸ ਹੈਗੀ ਹੈ, ਦੂਬ ਘਾਸ, ਉਹ ਘਾਸ ਜਿਹੜੀ ਹੈ ਉਹ ਬਲੱਡ ਨੂੰ ਰੋਕਦੀ ਹੈ। ਜਿਹੜੀ ਆਮ ਹੁੰਦੀ ਹੈ, ਜਿਹੜੀ ਸਾਫ਼ ਸੁਥਰੀ ਹੋਵੇ, ਬਿਲਕੁਲ ਸਾਫ਼ ਸੁਥਰੀ, ਉਹਨੂੰ ਧੋ ਕੇ ਚੰਗੀ ਤਰ੍ਹਾਂ ਅੱਛੀ ਤਰ੍ਹਾਂ ਉਹਨੂੰ ਉਹਦਾ ਰਸ ਕੱਢ ਕੇ ਉਹਦੇ 2 ਚਮਚ ਰਸ ਲਓ ਤੇ ਇਹ ਚੀਜ਼ਾਂ ਦੇ ਨਾਲ ਬਲੱਡ ਰੁਕ ਜਾਂਦਾ ਹੈ। ਬਲੱਡ ਤਾਂ ਰੁਕ ਜਾਂਦਾ, ਮਤਲਬ ਅੰਦਰੋਂ ਕਿਉਰ ਕਿਵੇਂ ਕਰੇਗਾ? ਅੰਦਰੋਂ ਕਿਉਰ ਕਰਨ ਵਾਸਤੇ ਵੀ ਪਰਮਾਤਮਾ ਨੇ ਬੜਾ ਵਧੀਆ ਫਰੂਟ ਦਿੱਤਾ, ਬੇਲ। ਬਿੱਲ ਜਿਹਨੂੰ ਕਹਿੰਦੇ ਨੇ ਪੰਜਾਬੀ 'ਚ। ਬਿੱਲ ਦੀ ਜਿਹੜੀ ਗਿਰੀ ਹੈ ਸੁੱਕੀ, ਅੰਦਰ ਦਾ ਜਿਹੜਾ ਗੁੱਦਾ ਉਹਨੂੰ ਸੁਕਾ ਲਓ, ਉਹਦਾ ਚੂਰਨ ਬਣਾ ਲਓ, ਸੁਕਾ ਕੇ ਉਹਨੂੰ ਉਹ ਬਿੱਲ ਗਿਰੀ ਦਾ ਚੂਰਨ ਖਾਈ ਜਾਓ ਸਵੇਰੇ ਸ਼ਾਮ। ਉਹ ਸਿੱਧਾ ਵੀ ਬਿੱਲ ਖਾ ਸਕਦਾ ਬੰਦਾ? ਸਿੱਧਾ ਜਿਹੜਾ ਪੱਕਾ ਬਿੱਲ ਨਹੀਂ ਖਾਣਾ, ਬਿੱਲ ਨੂੰ ਤੋੜ ਲੈਣਾ, ਬਿੱਲ ਨੂੰ ਅੰਦਰੋਂ ਦੀ ਗੁੱਦਾ ਕੱਢ ਲੈਣਾ, ਉਹਨੂੰ ਸੁਕਾ ਲੈਣਾ। ਪੱਕਾ ਬਿੱਲ ਜਿਹੜਾ ਪੇਟ ਸਾਫ਼ ਕਰਦਾ ਹੈ, ਜਿਹੜਾ ਕੱਚਾ ਬਿੱਲ ਆ ਉਹ ਪੇਟ ਤੋਂ ਕਬਜ਼ ਮਤਲਬ ਰੋਕਦਾ, ਜਿਹੜੇ ਬਾਰ-ਬਾਰ ਲੈਟਰਿਨ ਜਾ ਰਿਹਾ ਨਾ ਬੰਦਾ। ਤੇ ਕੱਚੇ ਬਿੱਲ ਦਾ ਗੁੱਦਾ ਕੱਢ ਕੇ ਉਹਨੂੰ ਸੁਕਾ ਲੈਣਾ, ਉਹਦਾ ਚੂਰਨ ਬਣਾ ਕੇ ਅਸੀਂ ਬਣਾਇਆ ਹੀ ਹੋਇਆ ਬਣਾ। ਇਹ ਮੈਂ ਇਹੀ ਦੇਖ ਰਿਹਾ ਸੀਗਾ ਤੁਸੀਂ ਇਹ ਬੇਲਗਰੀ ਪਾਊਡਰ ਹੈਗਾ, ਬੇਲ ਚੂਰਨ ਯਾਨੀ ਬੇਲ ਚੂਰਨ, ਇਹ ਡਾਕਟਰ ਸਾਹਿਬ ਦਾ ਇਹ ਪ੍ਰੋਡਕਟ ਹੈਗਾ। ਕੀ ਥੋੜ੍ਹਾ ਜਿਹਾ ਦੱਸੋਗੇ ਕੀ ਹੈ ਇਹ? ਜਿੱਦਾਂ ਮੈਂ ਦੱਸਿਆ, ਇਹ ਜਿੱਦਾਂ ਹੁਣ ਕਈ ਜਗ੍ਹਾ ਅਵੇਲੇਬਲ ਨਹੀਂ ਹੈਗਾ, ਬਿੱਲ ਦਾ ਪੇੜ ਹੀ ਹੈ ਨਹੀਂ ਜਾਂ ਫਰੂਟ ਹੀ ਹੈ ਨਹੀਂ ਕਿਸੇ ਕੋਲ, ਤੇ ਅਸੀਂ ਤਾਂ ਕਿਉਂਕਿ ਵਰਲਡ ਓਵਰ ਡੀਲ ਕਰਦੇ ਹਾਂ ਪੇਸ਼ੈਂਟ ਨਾਲ, ਕੋਈ ਅਮਰੀਕਾ ਬੈਠਾ, ਕੋਈ ਯੂਰਪ ਬੈਠਾ, ਤੇ ਬਿੱਲ ਉੱਥੇ ਨਹੀਂ ਲੱਗਾ। ਤੇ ਬੇਲ ਦੀ ਗਿਰੀ ਦਾ ਚੂਰਨ ਜਿਹੜਾ ਪਿਓਰ ਅਸੀਂ ਪਾਊਡਰ ਬਣਾ ਕੇ ਰੱਖਿਆ, ਮੈਂ ਆਪਣੇ ਪੇਸ਼ੈਂਟ ਨੂੰ ਦਿੰਦਾ। 1 ਚਮਚਾ ਸਵੇਰੇ ਸ਼ਾਮੀ ਦੇਈਦਾ, ਨਾਲ ਹੋਰ ਦਵਾਈਆਂ ਦੇਈਦੀਆਂ ਨੇ, ਉਹਦੇ ਨਾਲ ਜ਼ਖਮ ਵੀ ਠੀਕ ਹੋ ਜਾਂਦੇ ਨੇ ਔਰ ਪੇਸ਼ੈਂਟ ਵੀ ਠੀਕ ਹੋ ਜਾਂਦਾ। ਇਹ ਇੱਕ ਦੋ ਚੀਜ਼ਾਂ ਹੋਰ ਵੀ ਹੈਗੀਆਂ ਨੇ, ਇਹ ਹੈਗਾ ਵਸਕਾਦੀ ਚੂਰਨ, ਹੈ ਨਾ। ਵਤਸਕ ਆਦਿ ਚੂਰਨ, ਵਤਸਕ ਕਹਿੰਦੇ ਨੇ ਕੁਟਜ ਨੂੰ। ਕੁਟਜ ਦਾ ਕਾਮਨ ਨਾਮ ਹੈ। ਵਤਸਕ ਮਤਲਬ ਜਿਹੜਾ ਹੈਲੋਰੀਨਾ ਐਂਟੀ ਡਿਸੈਂਟਰੀ ਦਾ। ਕੁਟਜ ਕੀ ਮਤਲਬ? ਕੁਟਜ ਟਰੀ। ਅੱਛਾ, ਟਰੀ। ਕੁਟਜ ਦਾ ਇੱਕ ਦਰਖਤ ਹੈ, ਉਹਦੀ ਜਿਹੜੀ ਛਾਲ ਹੈ, ਉਹਦੀ ਬਾਰਕ ਜਿਹੜੀ ਹੈ, ਉਹਦੀ ਸਕਿਨ ਹੈ, ਉਹ
ਉਹਦਾ ਨਾਂ ਕੁਟਚ ਦਾ ਨਾਂ ਹੈ ਹੈਲੋਰੀਨਾ ਐਂਟੀ ਡਿਸੈਂਟਰੀਕਾ, ਉਸ ਟਰੀ ਦਾ ਨਾਂ ਐਂਟੀ ਡਿਸੈਂਟਰੀਕਾ। ਲੈਟਿਨ ਵਾਲੇ ਨੇ ਵੀ ਉਹਦਾ ਨਾਂ ਐਂਟੀ ਡਿਸੈਂਟਰੀਕਾ ਰੱਖਿਆ। ਡਿਸੈਂਟਰੀ ਨੂੰ ਰੋਕਦਾ ਆਯੁਰਵੇਦ ਦੇ ਹਿਸਾਬ ਨਾਲ। ਉਹ ਅਤਿਸਾਰ ਦੀ ਦਵਾਈ ਹੈ ਬੜੀ ਜ਼ਬਰਦਸਤ। ਉਹ ਬਲੱਡ ਵੀ ਰੋਕਦੀ ਹੈ ਔਰ ਲੂਜ਼ ਮੋਸ਼ਨ ਵੀ ਰੋਕਦੀ ਹੈ। ਉਹ ਕੋਈ 20 ਵਾਰੀ ਜਾ ਰਿਹਾ, 15 ਵਾਰੀ ਜਾ ਰਿਹਾ, 10 ਵਾਰੀ ਜਾ ਰਿਹਾ ਤੇ ਉਹ ਸਿੱਧਾ 2 ਵਾਰੀ ਤੇ ਆ ਜਾਂਦਾ ਹੈ। ਕੁਟਚ ਦੀ ਟੈਬਲੇਟ ਵੀ ਹੈਗੀ ਸਾਡੇ ਕੋਲ, ਕੁਟਚ ਘਨਵਟੀ, ਤੇ ਉਸ ਤੋਂ ਇਲਾਵਾ ਇਹ ਚੂਰਨ ਵੀ ਦੇਈਦਾ, ਵਤਸਕ ਆਦਿ ਚੂਰਨ, ਤੇ ਉਹਦੇ ਨਾਲ ਇਹ ਲੂਜ਼ ਸਟੂਲ ਜਿਹੜੇ ਨੇ ਇਹ ਰੁਕ ਜਾਂਦੇ ਨੇ। ਤੇ ਇੱਕ ਬੇਸਿਕ ਜਿਹੜੀ ਇਹਦੇ ਚ ਬੇਸ ਹੈ ਕਿ ਇਹਦਾ ਪਿੱਤ ਵਧਿਆ ਹੁੰਦਾ। ਇਹ ਤਾਂ ਤੁਸੀਂ ਮੈਂ ਇੱਕ ਵਾਰੀ ਪਹਿਲਾਂ ਵੀ ਇੱਕ ਵੀਡੀਓ 'ਚ ਆਪਾਂ ਜ਼ਿਕਰ ਕੀਤਾ ਸੀ। ਹਾਂਜੀ ਹਾਂਜੀ, ਪਿੱਤਾ ਬੈਲੈਂਸ, ਜਿੱਦਾਂ ਮੈਂ ਦੱਸਿਆ ਸੀਗਾ ਉਸ ਵੀਡੀਓ 'ਚ ਕਿ ਪਿੱਤ ਜਿਹੜਾ ਸਾਡਾ ਨਾ ਜਦੋਂ ਵੱਧ ਜਾਂਦਾ ਤੇ ਇਹ ਬੇਸਿਕਲੀ ਕੋਲਾਈਟਸ ਵੀ ਜਿਹੜੀ ਹੈ ਗਰਮੀ ਦੀ ਬਿਮਾਰੀ ਹੈ, ਪਿੱਤ ਇਸ 'ਚ ਵੱਧ ਜਾਂਦਾ। ਤੇ ਆਮ ਤੌਰ ਤੇ ਪੇਸ਼ੈਂਟ ਵੀ ਜਿਹੜੇ ਨੇ ਨਾ ਉਹ ਪਿੱਤ ਪ੍ਰਕਿਰਤੀ ਦੇ ਹੀ ਹੁੰਦੇ ਨੇ। ਕੋਲਾਈਟਸ 'ਚ ਜਿਹੜਾ ਪੇਸ਼ੈਂਟ ਵੀ ਹੋਏਗਾ ਉਹਦੀ ਜਿਹੜੀ ਤਸੀਰ ਆਪਣੇ ਸਰੀਰ ਦੀ ਹੋਏਗੀ ਉਹ ਵੀ ਗਰਮ ਹੋਏਗੀ। ਤੇ ਪਿੱਤਾ ਬੈਲੈਂਸ ਉਹਦੀ ਤਸੀਰ ਵਾਸਤੇ, ਉਹਦੇ ਦੋਸ਼ਾ ਇੰਬੈਲੈਂਸ ਨੂੰ, ਔਰ ਜਿਹੜਾ ਐਸਿਡ ਬਣਦਾ ਉਹਦੀ ਕੋਲਨ ਦੇ ਵਿੱਚ, ਜਿਹੜਾ ਉਹਦੇ 'ਚ ਮੀਡੀਆ ਜਿਹੜਾ ਹੈ ਨਾ ਐਸਿਡਿਕ ਬਣ ਗਿਆ, ਔਰ ਜਿਹੜਾ ਉਹਦਾ ਬੈਕਟੀਰੀਆ ਰੀਸਟੋਰ ਕਰਨਾ ਜਾਂ ਜੋ ਵੀ ਹੈਲਥ ਉਹਦੀ ਗੱਟ ਹੈਲਥ ਨੂੰ ਰੀਸਟੋਰ ਕਰਨਾ, ਔਰ ਉਹਨੂੰ ਠੰਡਾ ਕਰਦੀ ਹੈ, ਸ਼ਾਂਤ ਕਰਦੀ ਹੈ, ਤਾਂ ਕਿ ਜਿਹੜੀ ਹੈ ਮਿਊਕਸ ਵੀ ਬੰਦ ਹੋਏ ਔਰ ਜਿਹੜਾ ਬਲੱਡ ਵੀ ਬੰਦ ਹੋਏ, ਔਰ ਜਿਹੜੇ ਅਲਸਰ ਨੇ ਉਹ ਠੀਕ ਹੋ ਜਾਣ। ਤੇ ਇਹ ਜਿਹੜਾ ਮੈਂ ਪਹਿਲੇ ਤੁਹਾਨੂੰ ਜੜੀ ਬੂਟੀਆਂ ਦੱਸ ਰਿਹਾ ਸੀਗਾ, ਛੂਈ ਮੂਈ ਤੇ ਹੋਰ, ਉਹ ਮੈਂ ਸਾਰੀਆਂ ਇਕੱਠੀਆਂ ਕਰਕੇ ਉਹਦਾ ਚੂਰਨ ਇੱਕ ਬਣਾ ਦਿੱਤਾ। ਅੱਛਾ, ਚਲੋ ਹਾਂ ਹੋ ਸਕਦਾ ਨਾ ਆਪਾਂ ਇੱਥੋਂ ਤਾਂ ਚਲੋ ਮੰਨ ਲਓ ਪਹਿਲੀ ਗੱਲ ਤਾਂ ਇੱਧਰ ਵੀ ਕਿਹੜਾ ਜਾਂਦਾ ਹੈ ਜੀ। ਮੈਂ ਤਾਂ ਇਹ ਕਹਿੰਦਾ, ਅਗਲਾ ਕਹਿੰਦਾ ਯਾਰ ਇੰਨਾ ਕੁਝ ਦੱਸਤਾ ਪਤਾ ਨਹੀਂ ਲੱਭੂ ਕਿੱਥੋਂ, ਮੈਨੂੰ ਸਮਝਦਾ ਤੇ ਫੋਰਨ ਵਾਲਿਆਂ ਨੂੰ ਤਾਂ ਵੈਸੇ ਹੀ ਲੱਭਣਾ ਔਖਾ ਹੈ। ਤੇ ਇਸ 'ਚ ਜਿਹੜੀਆਂ ਬੂਟੀਆਂ ਪਾਈਆਂ, ਉਦੁੰਬਰ ਦਾ ਇੱਕ ਵ੍ਰਿਕਸ਼ ਹੁੰਦਾ, ਉਹ ਬਹੁਤ ਅਸਟ੍ਰਿੰਜੈਂਟ ਹੈ। ਅਸਟ੍ਰਿੰਜੈਂਟ ਦਾ ਮਤਲਬ ਹੈ, ਇਹਦਾ ਨਾਮ ਰੱਖਿਆ ਹੀਮੋਸਟਾਪ ਅਸਟ੍ਰਿੰਜੈਂਟ। ਹੀਮੋ ਮਤਲਬ ਬਲੱਡ, ਸਟਾਪ ਮਤਲਬ ਰੋਕਣ ਵਾਲਾ, ਅਸਟ੍ਰਿੰਜੈਂਟ ਮਤਲਬ ਉਹਨੂੰ ਬੰਨਣ ਵਾਲਾ, ਬੰਨ ਦੇਣਾ। ਸਟੂਲ ਨੂੰ ਵੀ ਬੰਨਦਾ ਔਰ ਬਲੱਡ ਨੂੰ ਵੀ ਬੰਨਦਾ ਔਰ ਅਲਸਰ ਨੂੰ ਹੀਲ ਕਰਦਾ। ਇਹਦੇ 'ਚ ਪਾਇਆ ਕੀ ਹੈਗਾ, ਮੈਂ ਇੱਕ ਤਾਂ ਉਦੁੰਬਰ ਪਾਇਆ। ਉਦੁੰਬਰ ਸਟ੍ਰਿੰਜੈਂਟ ਹੈ, ਬਹੁਤ ਸਟਰੋਂਗ। ਲਾਜਵੰਤੀ ਉਹੀ ਲਜਾਲੂ, ਔਰ ਸ਼ਤਾਵਰੀ, ਅਰਜੁਨ, ਜਾਮਨ, ਨਾਗਕੇਸਰ, ਜਿਹੜੇ ਇਹੋ ਜਿਹੀਆਂ ਜੜੀ ਬੂਟੀਆਂ ਪਾਈਆਂ ਨੇ ਜਿਹੜੀਆਂ ਕਿ ਸਤੰਭਕ ਹੋਣ, ਸਤੰਭਕ ਮਤਲਬ ਰੋਕਣ ਵਾਲੀਆਂ। ਤੇ ਇਹ ਹੀਮੋਸਟਾਪ ਅਸਟ੍ਰਿੰਜੈਂਟ ਪਾਊਡਰ ਵੀ 1 ਚਮਚਾ ਸਵੇਰੇ ਸ਼ਾਮ ਮੈਂ ਦਿੰਦਾ ਕੋਲਾਈਟਸ ਪੇਸ਼ੈਂਟ ਨੂੰ, ਤੇ ਉਹ ਵੀ ਕਾਫੀ ਇਫੈਕਟਿਵ ਹੈ ਇਸ ਬਿਮਾਰੀ 'ਚ। ਇੱਕ ਦੋ ਚੀਜ਼ਾਂ ਹੋਰ ਵੀ ਮੈਂ ਦੇਖ ਰਿਹਾ, ਇਹ ਹੈਗਾ ਕੂਲ ਸਟ੍ਰੇਨ। ਇਹ 2 ਪ੍ਰੋਡਕਟ ਨੇ, ਕੂਲ ਸਟ੍ਰੇਨ A ਐਂਡ ਕੂਲ ਸਟ੍ਰੇਨ B। ਇਹਨਾਂ ਦੇ ਨਾਮ ਵੀ ਇਸੇ ਲਈ ਰੱਖੇ ਨੇ, ਕੂਲ ਸਟ੍ਰੇਨ A B, ਕਿਉਂਕਿ ਇਹ ਕੂਲਿੰਗ ਨੇ। ਲੋਕੀ ਕਹਿੰਦੇ ਨੇ ਵੀ ਆਯੁਰਵੈਦਿਕ ਦਵਾਈਆਂ ਬੜੀਆਂ ਗਰਮ ਹੁੰਦੀਆਂ ਨੇ, ਆਮ ਤੌਰ ਤੇ ਕਹਿੰਦੇ ਨੇ, ਪਰ ਇਹਦਾ ਨਾਂ ਕੂਲ ਇਸੇ ਲਈ ਰੱਖਿਆ ਕਿ ਇਹਦੇ ਠੰਡੀਆਂ ਜੜੀਆਂ ਬੂਟੀਆਂ ਨੇ ਜਿਹੜੀਆਂ ਸਰੀਰ 'ਚ ਠੰਡਕ ਪਾਉਣ, ਕਿਉਂਕਿ ਪਿੱਤ ਕਰਕੇ ਬਿਮਾਰੀ ਹੋਈ ਹੈ। ਤੇ ਇਹ ਕੂਲ ਸਟ੍ਰੇਨ A B ਉਸ ਲਈ ਜਿਹਦਾ ਬਲੀਡਿੰਗ ਨਾ ਰੁਕੇ ਬਹੁਤ, ਕਿਉਂਕਿ ਬਹੁਤ ਗੰਭੀਰ ਬਿਮਾਰੀ ਹੈ। ਕਈਆਂ ਸਾਰਾ ਉਪਰਾਲੇ ਕਰਨ ਦੇ ਬਾਵਜੂਦ ਵੀ ਕਈ ਵਾਰੀ ਇੱਦਾਂ ਹੁੰਦਾ ਕਿ ਨਹੀਂ ਰੁਕਦੀ ਬਲੀਡਿੰਗ। ਫਿਰ ਅਸੀਂ ਕਈ ਤਰ੍ਹਾਂ ਦੀਆਂ ਦਵਾਈਆਂ ਜਿਹੜੀਆਂ ਨੇ ਡਿਵੈਲਪ ਕੀਤੀਆਂ ਹੋਈਆਂ ਨੇ ਤਾਂ ਕਿ ਇਹ ਚੀਜ਼ ਨਾ ਚੱਲੇ ਤਾਂ ਆਹ ਕਰ ਲੈ। ਅਲਟੀਮੇਟਲੀ ਉਹ ਬਿਮਾਰੀ ਹੌਲੀ ਹੌਲੀ ਆਯੁਰਵੇਦ 'ਚ ਕੰਟਰੋਲ 'ਚ ਆ ਜਾਂਦੀ ਹੈ ਔਰ ਠੀਕ ਹੋ ਜਾਂਦੀ ਹੈ। ਫਿਰ ਮੈਂ ਅੰਗਰੇਜ਼ੀ ਦਵਾਈਆਂ ਵੀ ਛੁਡਾ ਦਿੰਦਾ, ਦੇਸੀ ਵੀ ਛੁਡਾ ਦਿੰਦਾ। ਯਾਨੀ ਪਹਿਲਾਂ ਜਿਹੜਾ ਅੰਗਰੇਜ਼ੀ ਲੈ ਰਿਹਾ ਉਹ ਤਾਂ ਲਈ ਚੱਲੇ, ਤੁਹਾਡੇ ਨਾਲ ਲੈ ਸਕਦਾ, ਨਾਲ ਐਡ ਕਰ ਲੈ। ਜਿਹੜੀ ਅੰਗਰੇਜ਼ੀ ਲੈ ਰਿਹਾ ਲੈਂਦਾ ਰਹੇ। ਕਈ ਵਾਰੀ ਐਸਾ ਹੁੰਦਾ ਕੰਡੀਸ਼ਨ ਠੀਕ ਹੁੰਦੀ ਹੈ ਤਾਂ ਫਿਰ ਮੈਂ ਉਹਨੂੰ ਕਹਿੰਦਾ ਅੰਗਰੇਜ਼ੀ ਛੱਡ ਦੇ, ਤੇ ਹੌਲੀ ਹੌਲੀ ਛੱਡ ਦੇ। ਸਟੀਰਾਇਡ ਜਿੱਦਾਂ ਬਹੁਤ ਜ਼ਿਆਦਾ ਹਾਈ ਡੋਜ਼ 'ਚ ਬੱਚਿਆਂ ਨੂੰ ਦਿੱਤੇ। ਇੱਕ ਪੇਸ਼ੈਂਟ ਸੀਗਾ, ਯੰਗ ਮੁੰਡਾ ਸੀਗਾ, 18-20 ਸਾਲ ਦਾ, ਉਹਨੂੰ ਡਾਇਗਨੋਸ ਕਰਤਾ ਕੋਲਾਈਟਸ, ਦਿੱਲੀ ਦਾ ਮੁੰਡਾ ਹੈਗਾ। ਉਹ ਪੇਸ਼ੈਂਟ ਨੂੰ ਸਟੀਰਾਇਡ ਦੇ ਦਿੱਤੇ ਹਾਈ ਡੋਜ਼ 'ਚ, ਔਰ ਹਾਈ ਡੋਜ਼ ਦਿੰਦੇ ਸਾਰੇ ਉਹਨੂੰ ਹੋ ਗਈ ਡਾਇਬਟੀਜ਼। ਜਦੋਂ ਕਿਸੇ ਨੂੰ ਸਟੀਰਾਇਡ ਦਾਂਗੇ ਉਹਨੂੰ ਸ਼ੂਗਰ ਉਹਦੀ ਵਧੇਗੀ, ਉਹਨੂੰ ਪਰਮਾਨੈਂਟ ਡਾਇਬਟੀਜ਼ ਹੋ ਗਈ। ਉਹ ਬਾਈ ਚਾਂਸ ਜਦੋਂ ਮੇਰੇ ਕੋਲ ਆਇਆ, ਮੈਨੂੰ ਮਿਲਿਆ ਫਸਟ ਟਾਈਮ, ਹੁਣ ਉਹਨੂੰ ਸਟੀਰਾਇਡ ਵੀ ਚੱਲ ਰਹੀ ਸੀ, ਹੋਰ ਵੀ ਬੜੀਆਂ ਦਵਾਈਆਂ ਮੈਸਾ ਕੋਲ ਚੱਲ ਰਹੀ ਸੀ, ਹੌਲੀ ਹੌਲੀ ਉਹਦੀਆਂ ਛੜਾਈਆਂ, ਔਰ ਉਹਦੀ ਕੋਲਾਈਟਸ ਤਾਂ ਖਤਮ ਹੋ ਗਈ, ਕੋਈ ਉਹਨੂੰ ਪ੍ਰੋਬਲਮ ਨਹੀਂ ਆਈ। ਖਤਮ ਹੋ ਗਈ ਮਤਲਬ ਬਹੁਤ, ਇਹ ਤਾਂ ਡਾਕਟਰ ਦੂਜੇ ਤਾਂ ਕਹਿੰਦੇ ਨੇ ਵੀ ਇਹ ਠੀਕ ਨਹੀਂ ਹੋ ਸਕਦਾ। ਨਹੀਂ, ਉਹ ਠੀਕ ਹੋ ਗਈ। ਕੋਲਾਈਟਸ ਤਾਂ ਭੁੱਲ ਗਿਆ, ਕੋਲਾਈਟਸ ਭੁੱਲ ਗਿਆ। ਉਹ 2-4 ਮਹੀਨੇ 6 ਮਹੀਨੇ ਦਵਾਈ ਖਵਾਈ ਉਹਨੂੰ। ਕੋਲਾਈਟਸ ਉਹਦੀਆਂ ਦਵਾਈਆਂ ਦੇਸੀ ਵੀ ਛੜਾਤੀਆਂ, ਅੰਗਰੇਜ਼ੀ ਵੀ ਛੜਾਤੀਆਂ। ਕੋਲਾਈਟਸ ਦੇ ਮੇਰੇ ਕੋਲ ਬਹੁਤ ਪੇਸ਼ੈਂਟ ਨੇ, ਮੇਰੇ ਸਾਰੇ ਟੈਸਟੀਮੋਨੀਅਲ ਵੀਡੀਓਜ਼ ਮੈਂ ਆਪਣੇ ਚੈਨਲ ਤੇ ਪਾਏ ਹੋਏ ਨੇ, ਪਲੈਨਟ ਆਯੁਰਵੇਦਾ TV ਤੇ। ਤੇ ਉਹ ਮੁੰਡੇ ਦਾ ਵੀ ਹੈਗਾ ਵੀਡੀਓ, ਉਹਦੀ ਕੋਲਾਈਟਸ ਤਾਂ ਖਤਮ ਹੋ ਗਈ ਤੇ ਹੁਣ ਉਹਦੀ ਡਾਇਬਟੀਜ਼ ਰਹਿ ਗਈ, ਜਿਹੜੀ ਕਿ ਉਹ ਸਟੀਰਾਇਡ ਖਾ ਕੇ ਆਈ ਸੀ। ਮਤਲਬ ਉਹ ਬੇਮਤਲਬ ਤੋਂ ਹੀ ਆ ਗਈ। ਹਾਂ, ਉਹ ਲੜਕਾ ਵੀ ਜ਼ਰੂਰ ਇਸ ਵੀਡੀਓ ਨੂੰ ਸੁਣੇਗਾ, ਮੈਨੂੰ ਉਮੀਦ ਹੈ।
ਤੇ ਉਹ ਮਤਲਬ ਕਿ ਰੀਅਲ ਰਿਐਲਿਟੀ ਦੱਸ ਰਿਹਾ ਮੈਂ ਤੁਹਾਨੂੰ, ਹੋ ਕੀ ਰਿਹਾ ਲੋਕਾਂ ਨਾਲ। ਇੱਕ ਬਿਮਾਰੀ ਛੁੱਟਦੀ ਨਹੀਂ, ਦੂਜੀ ਨਵੀਂ ਲੱਗ ਜਾਂਦੀ ਹੈ। ਤੇ ਜਿਹੜੀਆਂ ਬਿਮਾਰੀਆਂ ਨਵੀਆਂ ਲੱਗ ਰਹੀਆਂ ਨੇ ਉਹ ਤਾਂ ਨਾ ਲਾਓ, ਕਮ ਸੇ ਕਮ ਇੰਨੀ ਡੋਜ਼ ਹਾਈ ਦੇਣ ਦੀ ਕੋਈ ਲੋੜ ਨਹੀਂ। ਛੋਟੇ ਛੋਟੇ ਬੱਚੇ ਨੇ, ਉਹਨਾਂ ਨੂੰ 60 ਮਿਲੀਗ੍ਰਾਮ 40 ਮਿਲੀਗ੍ਰਾਮ ਦਵਾਈਆਂ ਦਿੱਤੀ ਜਾ ਰਹੀਆਂ ਨੇ, ਤੇ ਇਹਨਾਂ ਦੀ ਬਜਾਏ ਤੁਸੀਂ ਆਯੁਰਵੈਦਿਕ ਪੜ੍ਹ ਲਓ। ਮੈਂ ਇਸ ਵੀਡੀਓ ਦੇ ਥਰੂ ਮੈਸੇਜ ਦੇਣਾ ਚਾਹਾਂਗਾ ਜਿੰਨੇ ਡਾਕਟਰ ਇਹ ਦੇਖ ਰਹੇ ਨੇ ਇਸ ਚੈਨਲ ਨੂੰ ਜਾਂ ਇਸ ਨੂੰ, ਤੇ ਕਮ ਸੇ ਕਮ ਤੁਸੀਂ ਆਯੁਰਵੇਦ ਦੀਆਂ ਕੁਛ ਸਟੱਡੀ ਕਰੋ। ਆਯੁਰਵੇਦ ਦੇ ਤੁਸੀਂ ਕਹਿੰਦੇ ਹੋ ਵੀ ਨਹੀਂ ਆਯੁਰਵੈਦਿਕ 'ਚ ਅਸੀਂ ਵਿਸ਼ਵਾਸ ਨਹੀਂ ਕਰਦੇ। ਵਿਸ਼ਵਾਸ ਕਿੱਦਾਂ ਹੋਏਗਾ ਜੇ ਤੁਸੀਂ ਪੜ੍ਹੋਗੇ ਹੀ ਨਹੀਂ ਤਾਂ। ਆਯੁਰਵੇਦ 'ਚ ਕਿਉਂ ਨਹੀਂ ਵਿਸ਼ਵਾਸ ਕਰਦੇ? ਤੁਹਾਡੇ ਕੰਟਰੀ ਦੀ ਪੈਥੀ ਹੈ, ਤੁਹਾਡੇ ਕੰਟਰੀ ਦੀ ਸਾਇੰਸ ਹੈ, ਤੁਸੀਂ ਕਿਉਂ ਨਹੀਂ ਵਿਸ਼ਵਾਸ ਕਰਦੇ? ਤੁਸੀਂ ਕਹੋ ਜੀ ਮੈਂ ਤਾਂ ਆਪਣੇ ਘਰਦਿਆਂ 'ਤੇ ਵਿਸ਼ਵਾਸ ਨਹੀਂ ਕਰਦਾ। ਇੱਦਾਂ ਥੋੜ੍ਹਾ ਹੁੰਦਾ। ਤੁਸੀਂ ਤੁਹਾਡੇ ਘਰ ਦੇ ਨੇ, ਰਿਸ਼ੀ ਮੁਨੀ ਤੁਹਾਡੇ ਆਪਣੇ ਦੇਵੀ ਦੇਵਤਾ ਨੇ, ਤੁਸੀਂ ਸਟੱਡੀ ਕਰੋ। ਇਹਨੇ ਗ੍ਰੰਥ ਲਿਖ ਦਿੱਤੇ, ਤੁਸੀਂ ਕਹੋ ਜੀ ਮੈਂ ਤਾਂ ਵੇਦਾਂ 'ਤੇ ਵਿਸ਼ਵਾਸ ਨਹੀਂ ਕਰਦਾ, ਮੈਂ ਤਾਂ ਗੁਰਬਾਣੀ 'ਤੇ ਵਿਸ਼ਵਾਸ ਨਹੀਂ ਕਰਦਾ। ਇਹ ਉਹੀ ਗੁਰਬਾਣੀ 'ਚ ਵੀ ਸਾਰ ਕੱਢ ਕੇ ਲਿਖਿਆ ਹੈ ਗੁਰੂ ਨਾਨਕ ਦੇਵ ਜੀ ਨੇ ਸਾਰੇ ਗ੍ਰੰਥਾਂ ਦਾ। ਤੇ ਤੁਸੀਂ ਵੇਦ ਵੀ ਇੱਕ ਵੇਦ ਹੀ ਹੈ, ਆਯੁਰਵੇਦ ਜਿਹੜਾ ਹੈ ਉਹ ਵੇਦ ਹੈ, ਸਾਡੀ ਵੈਦਿਕ ਸਾਇੰਸ ਹੈ, ਉਹਨੂੰ ਪੜ੍ਹ ਲਓ ਆਪਣੇ ਆਪ। ਤੁਸੀਂ ਕਿਸੇ ਆਯੁਰਵੈਦਿਕ ਡਾਕਟਰ 'ਤੇ ਨਹੀਂ ਵਿਸ਼ਵਾਸ ਕਰਦੇ, ਨਾ ਕਰੋ। ਤੁਸੀਂ ਕਮ ਸੇ ਕਮ ਵੇਦਾਂ 'ਤੇ ਤਾਂ ਵਿਸ਼ਵਾਸ ਕਰੋ। ਵੇਦ ਦੀ ਵੈਦਿਕ ਨੌਲੇਜ ਆ, ਉਹਨੂੰ ਐਜ਼ ਇਟ ਇਜ਼ ਅੰਡਰਸਟੈਂਡ ਕਰੋ। ਇੰਗਲਿਸ਼ ਟ੍ਰਾਂਸਲੇਸ਼ਨ ਅਵੇਲੇਬਲ ਹੈ, ਜੇ ਤੁਹਾਨੂੰ ਸੰਸਕ੍ਰਿਤ ਨਹੀਂ ਪੜ੍ਹਨੀ ਆਉਂਦੀ ਤਾਂ ਨਾ ਪੜ੍ਹੋ, ਤੁਸੀਂ ਇੰਗਲਿਸ਼ ਪੜ੍ਹ ਲਓ, ਕਿਉਂਕਿ ਤੁਸੀਂ ਇੰਗਲਿਸ਼ 'ਚ ਹੀ ਪੜ੍ਹਦੇ ਹੋ ਸਾਰਾ ਕੁਝ। ਤੇ ਤੁਸੀਂ ਇੰਗਲਿਸ਼ 'ਚ ਵੇਦਾਂ ਨੂੰ ਪੜ੍ਹੋ, ਉਹਦੇ 'ਚ ਸਾਰਾ ਕੁਝ ਲਿਖਿਆ। ਆਯੁਰਵੇਦ ਵੀ ਇੰਗਲਿਸ਼ 'ਚ ਅਵੇਲੇਬਲ ਹੈਗਾ, ਉਹਨੂੰ ਸਟੱਡੀ ਕਰ ਲਓ। ਉਹਦੇ ਜੜੀ ਬੂਟੀਆਂ ਬਹੁਤ ਸਾਰੇ ਅੰਗਰੇਜ਼ ਸਟੱਡੀ ਕਰ ਰਹੇ ਨੇ, ਅੰਗਰੇਜ਼ ਆਯੁਰਵੇਦ ਦੇ ਕਾਲਜ ਖੋਲ੍ਹ ਕੇ ਬੈਠੇ ਹੋਏ ਨੇ ਅਮਰੀਕਾ 'ਚ, ਯੂਰਪ 'ਚ। ਅੰਗਰੇਜ਼ੀ ਡਾਕਟਰਾਂ ਨੇ ਆਯੁਰਵੇਦ ਦੇ ਕਾਲਜ ਖੋਲ੍ਹੇ ਹੋਏ ਨੇ, ਤੇ ਉਹ ਜੇ ਪੜ੍ਹ ਸਕਦੇ ਨੇ ਤੇ ਸਾਡੇ ਇੰਡੀਆ ਦੇ ਅੰਗਰੇਜ਼ੀ ਡਾਕਟਰ ਵੀ ਪੜ੍ਹਨ ਤੇ ਸਿੱਖਣ ਵੀ ਇਹ ਕਿੱਦਾਂ ਠੀਕ ਹੋ ਸਕਦਾ, ਉਹ ਪ੍ਰੈਕਟਿਸ ਕਰਨ। ਬ੍ਰਿਲੀਅੰਟ ਮਾਈਂਡ ਨੇ ਜਿਹੜੇ। ਮੈਂ ਐਲੋਪੈਥੀ ਦੇ ਡਾਕਟਰ ਨੇ, ਜਦੋਂ ਨੀਟ ਦਾ ਐਗਜ਼ਾਮ ਹੁੰਦਾ ਜਾਂ PMT ਹੁੰਦਾ ਸੀ, ਤੇ ਟੌਪ ਮੋਸਟ ਸਕੋਰਰ ਜਿਹੜੇ ਸੀਗੇ ਉਹ MBBS 'ਚ ਜਾਂਦੇ ਸੀ, ਹੈ ਨਾ। ਦੈਟ ਮੀਨਸ ਕਿ ਉਹ ਉਸ ਟਾਈਮ 'ਤੇ ਬ੍ਰਿਲੀਅੰਟ ਮਾਈਂਡ ਸੀ। ਬ੍ਰਿਲੀਅੰਟ ਮਾਈਂਡ ਜਿਹੜਾ ਉਹ ਬ੍ਰਿਲੀਅੰਟ ਸਾਇੰਸ ਜਿਹੜੀ ਰਹਿ ਗਈ ਉਹ ਪੜ੍ਹ ਨਹੀਂ ਰਿਹਾ, ਮਾਡਰਨ ਮੈਡੀਕਲ ਸਾਇੰਸ ਪੜ੍ਹ ਰਿਹਾ। ਉਹਦੇ ਨਾਲ ਆਯੁਰਵੇਦ ਪੜ੍ਹੋ, ਵੈਦਿਕ ਸਾਇੰਸ ਪੜ੍ਹੋ। ਦੇਖੋ ਫਿਰ ਤੁਸੀਂ ਆਪ ਹੈਰਾਨ ਹੋਗੇ, ਆਪ ਯੂਜ਼ ਕਰਕੇ ਦੇਖੋ ਇਹ ਕਿੰਨੇ ਇਫੈਕਟਿਵ ਨੇ, ਕਿੰਨੀਆਂ ਇਫੈਕਟ। ਤੁਸੀਂ ਕਹੋਗੇ ਯਾਰ ਇਹ ਤਾਂ ਸਾਨੂੰ ਖਜ਼ਾਨਾ ਲੱਭ ਗਿਆ, ਇਹ ਬੈਠੇ ਬਿਠਾਏ ਸਾਡੀ ਲਾਟਰੀ ਨਿਕਲ ਗਈ, ਖਜ਼ਾਨਾ ਲੱਭ ਗਿਆ ਸਾਨੂੰ, ਇਹ ਤਾਂ ਬਣਿਆ ਬਣਾਇਆ ਸਮਾਨ ਮਿਲ ਗਿਆ। ਇੰਨਾ ਨੋਬਲ ਪੁਰਸਕਾਰ ਲੈਣ ਦੀ ਲੋੜ ਹੀ ਨਹੀਂ ਪੈਣੀ। ਤੁਸੀਂ ਕਹਿਣਾ ਇਹ ਤਾਂ ਬਣੇ ਬਣਾਏ ਨੋਬਲ ਪੁਰਸਕਾਰ ਨੇ। ਆਯੁਰਵੇਦ ਦਾ ਇੱਕ ਪੇਜ ਜਿਹੜਾ ਇੱਕ ਨੋਬਲ ਪੁਰਸਕਾਰ ਦਵਾ ਸਕਦਾ। ਕੋਈ ਆਦਮੀ ਅਗਰ ਧਿਆਨ ਨਾਲ ਪੜ੍ਹੇ ਨਾ, ਜਿਹੜੇ ਵੱਡੇ ਵੱਡੇ ਡਾਕਟਰ ਨੇ, ਅਗਰ ਉਹ ਆਯੁਰਵੇਦ ਪੜ੍ਹਨ, ਇੱਕ ਪੇਜ 'ਚੋਂ ਉਹਨਾਂ ਨੇ ਕੱਢ ਲੈਣਾ। ਮੈਨੂੰ ਇੰਨਾ ਯਕੀਨ ਹੈ ਐਲੋਪੈਥੀ ਡਾਕਟਰਾਂ 'ਤੇ, ਅਗਰ ਉਹਨਾਂ ਨੂੰ ਇਹ ਇਸ ਚੱਕਾ ਚੌਂਦ 'ਚੋਂ ਨਿਕਲ ਆਉਣਾ, ਸਿਰਫ ਇਸ ਫਰੇਮ ਆਫ ਮਾਈਂਡ 'ਚੋਂ ਨਿਕਲ ਕੇ ਕਿ ਵੀ ਨਹੀਂ ਸਟੀਰੋਇਡ ਹੀ ਦੇਣਾ, ਇਹਦਾ ਸਟੀਰੋਇਡ ਨਾਲ ਹੀ ਹੋਏਗਾ। ਨਹੀਂ, ਸਟੀਰੋਇਡ ਤੋਂ ਬੜੀਆਂ ਉੱਚੀਆਂ ਚੀਜ਼ਾਂ ਪਈਆਂ ਨੇ ਆਯੁਰਵੇਦ 'ਚ, ਬੜਾ ਅੱਛੇ ਨੈਚੁਰਲ ਸਟੀਰੋਇਡਸ ਰੱਬ ਨੇ ਦਿੱਤੇ ਹੋਏ ਨੇ। ਔਰ ਉਹ ਦੇਖੋ, ਉਹਦੇ ਬੜੀ ਸਟੱਡੀ ਹੋ ਰਹੀ ਹੈ, ਤੁਸੀਂ ਵੀ ਕਰੋ, ਆਪਣੇ ਆਪ ਪਤਾ ਲੱਗੇਗਾ। ਤੁਸੀਂ ਆਪੇ ਅੰਗਰੇਜ਼ੀ ਦਵਾਈਆਂ ਛੱਡ ਕੇ ਤੁਸੀਂ ਹੌਲੀ ਹੌਲੀ ਕਹੋਗੇ ਜੀ ਬੇਲ ਖਾਓ। ਤੁਸੀਂ ਪੇਸ਼ੈਂਟ ਨੂੰ ਕਹੋਗੇ ਵੀ ਬੇਲ ਹੀ ਖਾ ਯਾਰ, ਤੇਰਾ ਬੇਲ ਨਾਲ ਹੀ ਠੀਕ ਹੋ ਜਾਣਾ, ਤੈਨੂੰ ਤੇਰਾ ਦੂਰਵਾ ਨਾਲ ਠੀਕ ਹੋ ਜਾਣਾ ਤੇਰਾ। ਮੈਂ ਹਰਬਲ ਫਾਰਮਾਕੋਲੋਜੀ MD ਕਰੀ ਬੈਠਾ ਹੈਗਾ। ਹੁਣ ਹਰਬਲ ਫਾਰਮਾਕੋਲੋਜੀ ਤੇ MD ਕਰਕੇ ਪ੍ਰੈਕਟੀਕਲ ਇੰਨੇ ਪੇਸ਼ੈਂਟ ਦੇਖ ਰਿਹਾ, ਔਰ ਮੈਂ ਕਹਿ ਰਿਹਾ ਵੀ ਉਹਦੇ ਨਾਲ ਠੀਕ ਹੁੰਦੇ ਨੇ। ਤੇ ਫਿਰ ਕੋਈ ਐਵੇਂ ਥੋੜ੍ਹਾ ਕਹਿ ਰਿਹਾ ਹੈਗਾ, ਪ੍ਰੈਕਟੀਕਲ ਕੀਤਾ। ਤੁਸੀਂ ਮੇਰੇ ਪੇਸ਼ੈਂਟ ਨੂੰ ਪੁੱਛ ਲਓ, ਉਹਦੀ ਰਿਪੋਰਟਾਂ ਦੇਖ ਲਓ, ਉਹਦੀ ਕੋਲੋਨੋਸਕੋਪੀ ਰਿਪੋਰਟਾਂ ਕਰ ਲਓ। ਸੋ ਬੜਾ ਕੁਛ ਹੈਗਾ ਜੀ। ਆਯੁਰਵੇਦ ਬੜੀ ਉੱਚੀ ਸਾਇੰਸ ਹੈਗੀ ਹੈ, ਇਹਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਅਪਣਾਉਣਾ ਚਾਹੀਦਾ, ਲੋਕਾਂ ਨੂੰ ਫੈਲਾਉਣਾ ਚਾਹੀਦਾ ਜੀ। ਇਹ ਤਾਂ ਦੱਸਤਾ ਵੀ ਆ ਪ੍ਰੋਡਕਟ ਦੇ ਨਾਲ ਠੀਕ ਹੋ ਜਾਂਦਾ। ਕੁਛ ਇਹ ਵੀ ਹੈਗਾ ਵੀ ਇਹਨਾਂ ਦੇ ਵਿੱਚ ਜੇ ਤੁਹਾਨੂੰ ਲੱਭਣਾ ਹੋਵੇ ਤੇ ਫਿਰ ਉਹ ਕਿੱਥੇ ਲੱਭੇਗਾ? ਹਰ ਵਾਰੀ ਵੀਡੀਓ 'ਚ ਮੈਂ ਪੁੱਛਦਾ ਲੈਣਾ ਤੁਹਾਨੂੰ। ਹਾਂਜੀ, ਮੈਨੂੰ ਲੱਭਣਾ ਕੋਈ ਇੰਨਾ ਔਖਾ ਕੰਮ ਨਹੀਂ ਹੈਗਾ। ਮੈਂ ਇੱਥੇ ਰਹਿੰਦਾ ਚੰਡੀਗੜ੍ਹ ਹੀ, ਤੇ ਪਲੈਨਟ ਆਯੁਰਵੇਦਾ ਜਿਹੜੀ ਮੇਰੀ ਵੈਬਸਾਈਟ ਹੈ planetayurveda.com, ਤੇ ਤੁਸੀਂ planetayurveda.com 'ਤੇ ਜਾਓ। ਉੱਥੇ ਔਨਲਾਈਨ ਅਪਾਇੰਟਮੈਂਟਸ ਨੇ, ਮੇਰੇ ਕੋਲ ਟੀਮ ਆਫ ਡਾਕਟਰਸ ਹੈ, 15-20 ਡਾਕਟਰ ਹੈਗੇ ਨੇ, ਔਰ ਸਾਰੇ ਪੇਸ਼ੈਂਟਸ ਦੇਖਦੇ ਨੇ। ਔਰ ਤੁਸੀਂ ਔਨਲਾਈਨ ਅਪਾਇੰਟਮੈਂਟ ਬੁੱਕ ਕਰਾ ਲਓ, ਜਾਂ ਆ ਵੀ ਸਕਦੇ ਹੋ। ਮੰਡੇ ਟਿਊਜ਼ਡੇ ਮੈਂ ਬੈਠਦਾ ਦੇਖਦਾ ਪੇਸ਼ੈਂਟਸ, ਬਟ ਤੁਸੀਂ ਮੇਰੇ ਤੋਂ ਵੀ ਔਨਲਾਈਨ ਅਪਾਇੰਟਮੈਂਟ ਲੈਣੀ ਹੈ ਤੇ ਸਾਰਾ ਸਿਸਟਮ ਵੈਬਸਾਈਟ 'ਤੇ ਲੱਗਿਆ ਹੋਇਆ। ਔਰ 0172 521 4040 ਇਹ ਮੋਬਾਈਲ ਲੈਂਡਲਾਈਨ ਨੰਬਰ ਹੈ। 10 ਤੋਂ 6 ਵਜੇ ਦੇ ਵਿਚਕਾਰ ਤੁਸੀਂ ਫ਼ੋਨ ਕਰਕੇ ਅਪਾਇੰਟਮੈਂਟ ਫਿਕਸ ਕਰ ਸਕਦੇ ਹੋ, ਜਾਂ ਵੈਸੇ ਹੀ ਵਾਕ ਇਨ ਆਉਣਾ ਹੈ ਤਾਂ ਤੁਸੀਂ ਮੰਡੇ ਟਿਊਜ਼ਡੇ ਆ ਸਕਦੇ ਹੋ। ਮੋਬਾਈਲ ਨੰਬਰ ਵੀ, WhatsApp ਨੰਬਰ ਵੀ ਹੈਗਾ ਜਿਹੜਾ 10 ਤੋਂ 6 ਹੀ ਕੰਮ ਕਰਦਾ ਹੈ, 9915593604।
तो ये मोबाइल नंबर है ਜਿਹੜੇ ਤੇ ਤੁਸੀਂ WhatsApp ਕਰ ਸਕਦੇ ਹੋ, ਅਪਾਇੰਟਮੈਂਟ ਲੈ ਸਕਦੇ ਹੋ। ਬਹੁਤ ਧੰਨਵਾਦ ਜੀ। ਕਮਾਲ ਨੇ ਤੁਸੀਂ ਉਹ ਚੀਜ਼ ਦੀ ਜਾਣਕਾਰੀ ਦਿੱਤੀ ਹੈ ਜਿਹਦੇ 'ਚ ਮੈਨੂੰ ਲੱਗਦਾ ਬਹੁਤ ਸਾਰੇ ਪੇਸ਼ੈਂਟ ਜਿਹੜੇ ਆਪਣੇ ਜੀਵਨ ਹਾਰ ਕੇ ਬੈਠ ਗਏ ਵੀ ਮੇਰੀ ਤਾਂ ਜ਼ਿੰਦਗੀ ਖਤਮ ਹੋ ਗਈ, ਅਤੇ ਜੇਕਰ ਤੁਹਾਡੇ ਦੱਸੇ ਅਨੁਸਾਰ ਚੱਲਦੇ ਨੇ ਤਾਂ ਮੈਨੂੰ ਲੱਗਦਾ ਕਿ ਉਹਨਾਂ ਨੂੰ ਇੱਕ ਨਵਾਂ ਜੀਵਨ ਮਿਲੇਗਾ। ਤੁਹਾਡੇ ਦੱਸੇ ਪ੍ਰੋਡਕਟ ਨੂੰ ਲੈ ਕੇ ਉਹ ਅੱਗੇ ਵਧਦੇ, ਕਿਉਂਕਿ ਤੁਸੀਂ ਦਾਅਵਾ ਕੀਤਾ ਕਿ ਬਹੁਤ ਸਾਰੇ ਪੇਸ਼ੈਂਟ ਜਿਹੜੇ ਆ ਉਹ ਤੁਸੀਂ ਠੀਕ ਵੀ ਕੀਤੇ। ਆਉਣ ਵਾਲੇ ਸਮੇਂ 'ਚ ਆਪਾਂ ਉਹ ਵੀ ਲੈ ਕੇ ਆਵਾਂਗੇ, ਕੈਮਰੇ 'ਤੇ ਉਹ ਵੀ ਲੈ ਕੇ ਆਵਾਂਗੇ ਕਿ ਜਿਹੜੇ ਠੀਕ ਹੋਏ ਨੇ ਉਹਨਾਂ ਨੂੰ ਵੀ ਪੁੱਛਾਂਗੇ ਵੀ ਤੁਸੀਂ ਕਿਵੇਂ ਠੀਕ ਹੋ ਗਏ, ਕਿਹੜੇ ਕੰਡੀਸ਼ਨਸ ਤੁਸੀਂ ਲੰਘ ਕੇ ਗਏ। ਇਹ ਮੈਂ ਸਾਰਾ ਪੁੱਛ ਕੇ ਜਿਹੜਾ ਉਹਨਾਂ ਕੋਲੋਂ ਪਬਲਿਕ ਤੱਕ ਜਾਣਕਾਰੀ ਪਹੁੰਚਾਉਣ ਵਾਲਾ ਹੈਗਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸਾਰੇ ਇਹਦੇ 'ਚ ਡਾਈਟ ਦੀ ਵੀ ਧਿਆਨ ਰੱਖਣਾ ਚਾਹੀਦਾ ਹੈ। ਬਹੁਤ ਸਾਰੇ ਮੈਂ ਵੀਡੀਓਜ਼ ਬਣਾਏ ਨੇ ਡਾਈਟ ਦੇ ਉੱਤੇ, ਤੁਸੀਂ ਡਾਕਟਰ ਵਿਕਰਮ ਚੌਹਾਨ ਅਲਸਰੇਟਿਵ ਕੋਲਾਈਟਸ ਡਾਈਟ ਜੇ ਪਾਓਗੇ ਨਾ YouTube ਤੇ ਤੁਹਾਨੂੰ ਮੇਰੀ ਡਾਈਟ ਚਾਰਟ ਵੀ ਮਿਲ ਜਾਣਗੇ। ਔਰ ਵੈਸੇ ਵੀ ਬੜੇ ਡਾਕਟਰਸ ਨੇ ਮੇਰੀ ਇੰਟਰਵਿਊ ਵੀ ਲਈ ਹੈ। ਇੱਕ ਅਮਰੀਕਾ ਨਿਊਯਾਰਕ ਦਾ ਡਾਕਟਰ ਸੀਗਾ, ਮਾਡਰਨ ਮੈਡੀਸਿਨ ਦਾ ਡਾਕਟਰ ਸੀ, MD ਸੀ ਗੈਸਟਰੋ ਦਾ, MD ਗੈਸਟਰੋ ਦਾ ਡਾਕਟਰ ਸੀ ਔਰ ਉਹਨੂੰ ਆਪ ਨੂੰ ਕੋਲਾਈਟਸ ਸੀਗਾ। ਅਤੇ ਉਹਨੇ ਵੀ ਮੇਰੀ ਇੰਟਰਵਿਊ ਲਈ ਕਿ ਵੀ ਪੁੱਛਣ ਵਾਸਤੇ ਵੀ ਕਿੱਦਾਂ ਠੀਕ ਕਰਦੇ ਹੋ ਤੁਸੀਂ, ਕੀ ਸਕਸੈਸ ਰੇਟ ਕੀ ਹੈ, ਕਿੱਦਾਂ ਠੀਕ ਹੁੰਦਾ, ਕੀ ਹੁੰਦਾ। ਕਿ ਮੇਰੀ ਬੜੀ ਅੱਛੀ ਡਿਸਕਸ਼ਨ ਹੋਈ ਉਹਨਾਂ ਦੇ ਨਾਲ। ਮੈਂ ਉਹਨਾਂ ਨੂੰ ਪੂਰਾ ਮੇਰੇ ਖਿਆਲ ਅੱਧਾ ਪੌਣਾ ਘੰਟਾ ਇੰਟਰਵਿਊ ਲਈ ਉਹਨਾਂ ਨੇ ਮੇਰੀ ਸਕਾਈਪ 'ਤੇ। ਉਹ ਇੰਟਰਵਿਊ ਜਿਹੜੀ ਹੈ ਉਹਨਾਂ ਨੇ ਰਿਕਾਰਡ ਕਰਕੇ ਫਿਰ ਮੈਨੂੰ ਭੇਜੀ ਸੀਗੀ, ਅਤੇ ਮੈਂ ਆਪਣੇ ਚੈਨਲ 'ਤੇ ਅਪਲੋਡ ਕੀਤੀ ਹੋਈ ਹੈ। ਅਤੇ ਉਸ ਇੰਟਰਵਿਊ ਨੂੰ ਵੀ ਤੁਸੀਂ ਸੁਣ ਸਕਦੇ ਹੋ। ਅਤੇ ਬੜੇ ਓਪਨ ਮਾਈਂਡ ਨਾਲ ਮੈਂ ਡਾਕਟਰਸ ਨੂੰ ਕਹਿ ਰਿਹਾ ਵੀ ਤੁਸੀਂ ਵੀ ਇਸ ਚੀਜ਼ ਦੇ ਉੱਤੇ ਐਕਸਪਲੋਰ ਕਰੋ। ਜਿੱਦਾਂ ਉਹ ਨਿਊਯਾਰਕ ਦਾ ਡਾਕਟਰ, ਉਹ ਕਹਿੰਦਾ ਸੀ ਮੈਂ ਉਸ ਡਾਕਟਰ ਨਾਲ ਕੰਮ ਕੀਤਾ, ਅੰਗਰੇਜ਼ ਡਾਕਟਰ ਹੈ ਜਿਹਨੇ ਉਹ ਹਿਮਿਊਰਾ ਇੰਜੈਕਸ਼ਨ ਕੱਢਿਆ ਹੈ, ਜਿਸ ਨੇ ਉਹ ਡਿਸਕਵਰੀ ਕੀਤੀ ਹੈ ਉਸ ਇੰਜੈਕਸ਼ਨ ਦੀ। ਹੁਣ ਐਸੇ ਜਿਹੜੇ ਨਿਊ ਇਨਵੈਂਸ਼ਨ ਕਰ ਰਹੇ ਨੇ, ਅਤੇ ਨਿਊ ਇਨਵੈਂਸ਼ਨ ਕਰਨ ਦੀ ਲੋੜ ਨਹੀਂ, ਪੁਰਾਣੀਆਂ ਇਨਵੈਂਸ਼ਨ ਹੋਈਆਂ ਦੀਆਂ ਨੇ, ਤੁਸੀਂ ਉਹਨਾਂ ਨੂੰ ਦੇਖ ਲਓ। ਇਹੀ ਮੈਂ ਕਹਿ ਰਿਹਾ। ਬਹੁਤ ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਸੋ ਇਹ ਸਨ ਡਾਕਟਰ ਵਿਕਰਮ ਚੌਹਾਨ, ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਕਿ ਕਿਸ ਤਰੀਕੇ ਦੇ ਨਾਲ ਆਂਤੜੀ ਦੇ ਵਿੱਚ ਜਦੋਂ ਜ਼ਖਮ ਹੋ ਜਾਂਦਾ, ਕੋਲਾਈਟਸ ਜਿਹੜਾ ਅਲਸਰੇਟਿਵ ਕੋਲਾਈਟਸ ਜਿਹੜਾ ਹੋ ਜਾਂਦਾ, ਉਹ ਜਦੋਂ ਅੰਦਰ ਸਰੀਰ ਦੇ ਅੰਦਰ ਇੱਕ ਬਿਮਾਰੀ ਘਰ ਕਰ ਜਾਂਦੀ ਹੈ, ਅਤੇ ਉਸ ਤੋਂ ਬਾਅਦ ਬਾਡੀ ਦੀ ਕੀ ਕੰਡੀਸ਼ਨ ਹੁੰਦੀ ਹੈ, ਕਿਹੜੇ ਰੂਪ ਦੇ ਵਿੱਚ ਬਾਡੀ ਜਿਹੜੀ ਹੈ ਉਹ ਤਬਦੀਲੀਆਂ ਆਉਣੀ ਸ਼ੁਰੂ ਹੋ ਜਾਂਦੀਆਂ ਨੇ। ਖੂਨ ਅੰਦਰ, ਕੈਂਸਰ ਦਾ ਡਰ, ਅੰਦਰ ਦਵਾਈਆਂ, ਟੀਕੇ, 50-50 ਹਜ਼ਾਰ ਦੇ ਟੀਕੇ, ਫਿਰ ਆਪਰੇਸ਼ਨ, ਇੱਕ ਵਾਰ ਆਪਰੇਸ਼ਨ, ਫਿਰ 2 ਵਾਰ ਆਪਰੇਸ਼ਨ, ਫਿਰ ਮਤਲਬ ਉਹ ਕੰਡੀਸ਼ਨ ਕਿ ਬੰਦਾ ਸੜਕ 'ਤੇ, ਕਿਉਂਕਿ ਪੈਸਾ ਇੰਨਾ ਲੱਗ ਜਾਂਦਾ। ਅਤੇ ਪਰ ਜਦੋਂ ਡਾਕਟਰ ਵਿਕਰਮ ਚੌਹਾਨ ਦੇ ਦੱਸੇ ਅਨੁਸਾਰ ਜਦੋਂ ਬੰਦਾ ਚੱਲਦਾ, ਚਾਹੇ ਉਹ ਘਰ ਬੈਠੇ ਜਿਹੜੀਆਂ ਜੜੀਆਂ ਬੂਟੀਆਂ ਦੇ ਅਨੁਸਾਰ ਇਹਨਾਂ ਨੇ ਦੱਸਿਆ ਹੈਗਾ, ਚਾਹੇ ਉਹ ਘਰ ਬੈਠੇ ਆਪਣਾ ਠੀਕ ਕਰ ਸਕਦਾ। ਜੇ ਉਹਨੂੰ ਲੱਗੇ ਕਿ ਮੈਂ ਕਿੱਥੋਂ ਲੱਭਣ ਜਾਊਂਗਾ, ਤਾਂ ਉਹ ਡਾਕਟਰ ਵਿਕਰਮ ਚੌਹਾਨ ਦੇ ਨਾਲ ਇਹਨਾਂ ਦੇ ਦੱਸੇ ਅਨੁਸਾਰ ਕੰਟੈਕਟ ਕਰਕੇ ਇਹਨਾਂ ਦੀਆਂ ਦੱਸੀਆਂ ਜਿਹੜੇ ਪ੍ਰੋਡਕਟ ਨੇ, ਮੈਂ ਤੁਹਾਨੂੰ ਪ੍ਰੋਡਕਟ ਹੀ ਕਹਾਂਗਾ, ਫੂਡ ਪਾਰਟ ਆਫ ਫੂਡ ਹੀ ਹੈਗਾ। ਤੁਸੀਂ ਇਹਨਾਂ ਨੂੰ ਪ੍ਰੋਡਕਟ ਕਹਿ ਰਹੇ ਹੋ, ਪਰ ਮੈਂ ਇੰਟਰਵਿਊ 'ਚ ਵੀ ਪ੍ਰੋਡਕਟ ਤੁਸੀਂ ਕਿਹਾ ਰੱਖਣ ਵਾਸਤੇ, ਪਰ ਮੈਂ ਰੱਖ ਲਏ ਨੇ। ਪਰ ਮੈਂ ਇਹੀ ਕਹਾਂਗੇ ਪ੍ਰੋਡਕਟ ਵੇਚਣ ਵਾਸਤੇ ਨਹੀਂ ਮੈਂ ਇਹ ਕੋਈ ਇੰਟਰਵਿਊਆਂ ਦੇ ਰਿਹਾ। ਮੈਂ ਤਾਂ ਕਹਿ ਰਿਹਾ ਕਿ ਤੁਸੀਂ ਪੜ੍ਹੋ, ਸਟੱਡੀ ਕਰੋ, ਤੁਸੀਂ ਅੰਡਰਸਟੈਂਡ ਕਰੋ ਇਸ ਸਾਇੰਸ ਨੂੰ, ਔਰ ਇਹਨੂੰ ਅਪਲਾਈ ਕਰੋ ਆਪਣੀ ਲਾਈਫ ਦੇ ਵਿੱਚ। ਡਾਕਟਰ ਸਾਹਿਬ ਪਤਾ ਕੀ ਹੈ, ਮੈਂ ਤੁਸੀਂ ਨਹੀਂ ਰਖਾਏ, ਮੈਂ ਰਖਾਏ ਨੇ ਪ੍ਰੋਡਕਟ ਇਹ, ਕਿਉਂਕਿ ਤਾਂ ਕਿ ਪਬਲਿਕ ਜਿਹੜੀ ਹੈ ਉਹ ਬਹੁਤ ਸਾਰੇ ਲੋਕੀ ਇਹ ਕਹਿੰਦੇ ਯਾਰ ਦੱਸ ਤਾਂ ਦਿੰਦੇ ਹੋ ਸਾਨੂੰ ਕਿੱਥੋਂ ਚੀਜ਼ਾਂ ਲੱਭਣਗੀਆਂ, ਤਾਂ ਮੈਂ ਉਹ ਪਬਲਿਕ ਦੀ ਸਹੂਲਤ ਵਾਸਤੇ ਮੈਂ ਇਹ ਚੀਜ਼ਾਂ ਵੀ ਰਖਾ ਲਿਆ। ਨਹੀਂ ਇਹ ਚੰਗਾ ਕੀਤਾ, ਈਜ਼ੀ। ਮੈਂ ਆਪ ਵੀ ਬਣਾਏ ਵੀ ਇਸੇ ਲਈ ਨੇ ਕਿ ਕਿਹੜਾ ਲੱਭੇਗਾ। ਹੁਣ ਇਹੋ ਜਿਹੀਆਂ ਜੜੀ ਬੂਟੀਆਂ ਦੱਸੋ, ਮੈਂ ਤੁਹਾਨੂੰ ਦੱਸਦਾ। ਇਹਦੇ ਵਿੱਚ ਐਸੀ ਜੜੀ ਬੂਟੀ ਇੱਕ ਪਾਈ ਸੀ ਮੈਂ ਇਸ ਦੇ ਵਿੱਚ, ਜਿਹੜੀ ਉਹ ਅੰਡੇਮਾਨ ਨਿਕੋਬਾਰ 'ਚ ਹੀ ਹੁੰਦੀ ਹੈ, ਹੋਰ ਕਿਤੇ ਹੁੰਦੀ ਹੀ ਨਹੀਂ। ਹੁਣ ਪੇਸ਼ੈਂਟ ਕਿੱਥੋਂ ਅੰਡੇਮਾਨ ਨਿਕੋਬਾਰ ਤੋਂ ਲੈ ਕੇ ਆਊਗਾ, ਅਤੇ ਉਹ ਜੜੀ ਬੂਟੀ ਮੰਗਵਾਉਣਾ ਮੈਂ ਸਪੈਸ਼ਲ ਉੱਥੋਂ ਦੀ ਲੱਭ ਕੇ, ਅਤੇ ਫਿਰ ਉਹ ਪਾਈ ਹੈ। ਅਤੇ ਇਸ ਲਈ ਪਾਈ ਹੈ ਕਿ ਪੇਸ਼ੈਂਟ ਨੂੰ ਇਹ ਚੀਜ਼ਾਂ ਮਿਲ ਜਾਣ ਔਰ ਰੀਜ਼ਨੇਬਲ ਰੇਟ 'ਤੇ ਮਿਲ ਜਾਣ। ਬਹੁਤ ਧੰਨਵਾਦ। ਸੋ ਜਿਵੇਂ ਕਿ ਡਾਕਟਰ ਵਿਕਰਮ ਚੌਹਾਨ ਨੇ ਸਾਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਇਹ ਪ੍ਰੋਡਕਟ ਜਿਹੜੇ ਨੇ ਇਹ ਇਟਸ ਅ ਪਾਰਟ ਆਫ ਫੂਡ, ਖਾਣੇ ਦਾ ਹਿੱਸਾ ਨੇ। ਇਹ ਆਪਾਂ ਇਹਨੂੰ ਦਵਾਈ ਨਾ ਸਮਝੀਏ, ਖਾਣੇ ਦਾ ਹਿੱਸਾ ਨੇ। ਜੇ ਇਸ ਨੂੰ ਆਪਾਂ ਅਪਣਾਉਂਦੇ ਹਾਂ, ਆਪਣਾ ਖਾਣ ਪੀਣ ਚੇਂਜ ਕਰਦੇ ਹਾਂ, ਜਿਨ੍ਹਾਂ ਚੀਜ਼ਾਂ ਕਰਕੇ ਪਹਿਲਾਂ ਆਪਾਂ ਬਿਮਾਰੀ ਗ੍ਰਸਤ ਹੋ ਗਏ, ਬਿਮਾਰ ਕਰ ਚੁੱਕੇ ਹਾਂ ਬਾਡੀ ਨੂੰ, ਉਹਨਾਂ ਕਾਰਨਾਂ ਨੂੰ ਦੂਰ ਕਰਕੇ ਇਹਨਾਂ ਪ੍ਰੋਡਕਟ ਨੂੰ ਵਰਤ ਕੇ ਡਾਕਟਰ ਵਿਕਰਮ ਚੌਹਾਨ ਦੀਆਂ ਦੱਸੀਆਂ ਗਾਈਡਲਾਈਨ ਦੇ ਅਨੁਸਾਰ ਚੱਲਦੇ ਹਾਂ, ਤਾਂ ਕੋਈ ਕਾਰਨ ਨਹੀਂ ਰਹਿ ਜਾਂਦਾ ਕਿ ਆਪਾਂ ਕੈਂਸਰ ਵਾਲੇ ਪਾਸੇ ਜਾਈਏ, ਕੋਈ ਕਾਰਨ ਨਹੀਂ ਰਹਿ ਜਾਂਦਾ ਕਿ ਸਾਡਾ ਆਪਰੇਸ਼ਨ ਹੋ ਜੇ, ਕੋਈ ਕਾਰਨ ਨਹੀਂ ਰਹਿ ਜਾਂਦਾ ਕਿ ਸਾਡਾ
ਸਾਡੇ 50-50 ਹਜ਼ਾਰ ਰੁਪਏ ਦੇ ਟੀਕੇ ਲਵਾਉਣੇ ਪੈਣ, ਕੋਈ ਕਾਰਨ ਨਹੀਂ ਰਹਿ ਜਾਂਦਾ ਕਿ ਸਾਨੂੰ ਲੰਮਾ ਸਾਰੀ ਜ਼ਿੰਦਗੀ ਦਵਾਈ ਖਾਣੀ ਪੈ ਜੇ। ਇੱਕ ਬੋਝ, ਇੱਕ ਡਰ ਦੇ ਮਾਰੇ ਆਪਾਂ ਰਹਿ ਜਾਂਦੇ, ਅਤੇ ਜਿਹੜਾ ਸਾਡਾ ਘਰ-ਬਾਰ ਵਿਕ ਜੇ, ਇੰਨਾ ਪੈਸਾ ਲੱਗ ਜੇ, ਕੋਈ ਕਾਰਨ ਨਹੀਂ ਰਹਿੰਦਾ। ਸਿਰਫ ਤੇ ਸਿਰਫ ਕਰਨਾ ਕੀ ਹੈ ਕਿ ਤੁਸੀਂ ਆਪਣਾ ਖਾਣ ਪੀਣ ਬਦਲਣਾ ਹੈਗਾ, ਆਪਣੇ ਉਹਨਾਂ ਕਾਰਨਾਂ ਨੂੰ ਦੂਰ ਕਰਨਾ ਜਿਨ੍ਹਾਂ ਕਾਰਨਾਂ ਕਰਕੇ ਆਪਣਾ ਪਹਿਲਾਂ ਜਿਹੜਾ ਨੁਕਸਾਨ ਹੋਇਆ ਬਾਡੀ ਦਾ, ਅਤੇ ਉਹਦੇ ਨਾਲ ਡਾਕਟਰ ਵਿਕਰਮ ਚੌਹਾਨ ਦੀਆਂ ਗਾਈਡਲਾਈਨਸ ਦੇ ਅਨੁਸਾਰ ਜਿਹੜਾ ਚੱਲ ਕੇ, ਉਹਨਾਂ ਦੇ ਦੱਸੇ ਅਨੁਸਾਰ ਚੱਲ ਕੇ ਤੁਸੀਂ ਆਪਣਾ ਸਰੀਰ ਨੂੰ ਠੀਕ ਕਰ ਸਕਦੇ ਹੋ। ਅਤੇ ਜੇ ਕਿਤੇ ਲੋੜ ਪੈਂਦੀ ਹੈ ਤਾਂ ਉਹ ਡਾਕਟਰ ਵਿਕਰਮ ਚੌਹਾਨ ਦੇ ਸੁਜੈਸ਼ਨ ਦੇ ਅਨੁਸਾਰ ਤੁਸੀਂ ਇਹਨਾਂ ਦੇ ਪ੍ਰੋਡਕਟ, ਇਹਨਾਂ ਦੇ ਜਿਹੜੇ ਫੂਡ, ਜਿਹੜਾ ਪਾਰਟ ਆਫ ਫੂਡ ਜਿਹੜਾ ਹੈਗਾ, ਉਹ ਵੀ ਤੁਸੀਂ ਇਸ ਨੂੰ ਇਸਤੇਮਾਲ ਕਰ ਸਕਦੇ ਹੋ, ਅਤੇ ਰਿਕਵਰੀ ਚਾਂਸ ਜਿਹੜੇ ਨੇ ਉਹ ਪਹਿਲਾਂ ਨਾਲੋਂ ਕਿਤੇ ਵੱਧ ਸਕਦੇ ਨੇ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ ਜ਼ਰੂਰ ਦੇਣਾ। ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਵੱਧ ਤੋਂ ਵੱਧ ਕਰ ਦਿਓ। ਕੀ ਪਤਾ ਇਹੋ ਜਿਹਾ ਕੋਈ ਮਰੀਜ਼ ਜਿਹੜਾ ਬਹੁਤ ਭਟਕ ਰਿਹਾ ਹੋਵੇ, ਜਿਹੜਾ ਸੜਕ 'ਤੇ ਪਹੁੰਚ ਗਿਆ ਹੋਵੇ ਇਸ ਸਿਸਟਮ ਦੇ ਨਾਲ, ਅਤੇ ਉਹ ਇਸ ਵੀਡੀਓ ਨੂੰ ਦੇਖੇ ਅਤੇ ਕਨੈਕਟ ਕਰਨ ਤੋਂ ਬਾਅਦ ਡਾਕਟਰ ਵਿਕਰਮ ਚੌਹਾਨ ਦੇ ਨਾਲ ਆਪਣਾ ਇਲਾਜ ਸ਼ੁਰੂ ਕਰੇ ਅਤੇ ਉਹ ਠੀਕ ਹੋ ਜੇ। ਅਤੇ ਜੇ ਅਜਿਹਾ ਹੁੰਦਾ ਤਾਂ ਅਸੀਂ ਸਮਝਾਂਗੇ ਕਿ ਸਾਡੇ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਕਾਮਯਾਬ ਰਿਹਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।